ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਪਹਿਲੇ ਅਗਰ ਘਰ ਬਣਾਉਂਦੇ ਸੀਗੇ, ਕੋਈ ਬਿਲਡਿੰਗ ਤਿਆਰ ਕਰਦੇ ਸੀਗੇ, ਜਾਂ ਰੋਡ ਬਣਾਉਂਦੇ ਸੀਗੇ, ਜਾਂ ਕੋਈ ਬ੍ਰਿਜ ਵਗੈਰਾ ਬਣਾਉਂਦੇ ਸੀਗੇ, ਤੇ ਮਿਸਤਰੀ ਜੇਕਰ ਲੈਵਲ ਕਰਦੇ ਸੀ ਤੇ ਉਹ ਕਹਿਣਾ ਕਰਦੇ ਸੀ ਵਾਟਰ ਲੈਵਲ ਦੇ ਨਾਲ ਇੱਕ ਪਾਈਪ ਦੇ ਵਿੱਚ ਪਾਣੀ ਪਾਉਂਦੇ ਸੀ, ਤੇ ਜਿੱਥੋਂ ਵੀ ਉਹ ਲੈਵਲ ਚੈੱਕ ਕਰਦੇ ਸੀ ਕਿੱਥੋਂ ਉੱਚਾ ਕਿੱਥੋਂ ਨੀਵਾਂ ਆ, ਤੇ ਉਹਨੂੰ ਕੀ ਆ ਲੈਵਲ ਚ ਕਰਦੇ ਸੀ। ਉਹਦੇ ਨਾਲ ਕੀ ਹੈ ਕਿ ਟਾਈਮ ਬਹੁਤ ਲੱਗਦਾ ਹੈ। ਫਿਰ ਆਸਤਾ ਆਸਤਾ ਲੈਵਲ ਕਰਨ ਦੇ ਲਈ ਨਵੀਂ ਟੈਕਨੀਕ ਸ਼ੁਰੂ ਕੀਤੀ ਕਿ ਆਇਆ ਆਟੋ ਲੈਵਲ, ਡੈਂਪੀ ਲੈਵਲ ਜਾਂ ਆਟੋ ਲੈਵਲ ਯੂਜ਼ ਕਰਨੇ ਸ਼ੁਰੂ ਕਰਤੇ, ਜਿਹਦੇ ਨਾਲ ਕੀ ਆ ਕਿ ਇੱਕ ਜਗ੍ਹਾ ਤੇ ਹੀ ਖੜਾ ਹੋ ਕੇ ਬੰਦਾ ਇੱਕ ਜਣਾ ਸਟਾਫ ਫੜ ਲੈਂਦਾ ਸੀ ਤੇ ਅਲੱਗ-ਅਲੱਗ ਥਾਵਾਂ ਤੇ ਲੈਵਲ ਜਿਹੜੇ ਉਹ ਚੈੱਕ ਕਰ ਲੈਂਦੇ ਸੀ, ਤੇ ਲੈਵਲ ਕਿੱਥੇ ਉੱਚਾ ਨੀਵਾਂ ਹੈਗਾ ਉਹਨੂੰ ਪਲੇਨ ਕਰ ਲੈਂਦੇ ਸੀ ਲੈਵਲ। ਦੂਸਰਾ ਕੀ ਸੀ ਕਿ ਜੇਕਰ ਕਿਸੇ ਮੇਅਰਮੈਂਟ ਕਰਨੀ ਸੀ ਤੇ ਮੇਅਰਮੈਂਟ ਤੇ ਹੁਣ ਉਹ ਕੀ ਕਰਦੇ ਸੀ, ਪਹਿਲੇ ਚੇਨ ਨਾਲ ਕਰਦੇ ਹੁੰਦੇ ਸੀ, ਚੈਨ ਲੈ ਕੇ ਜਾਣਾ ਜਾਂ ਟੇਪ ਲੈ ਕੇ ਜਾਣਾ ਤੇ ਮੇਅਰਮੈਂਟ ਕਰਨੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਫਿਰ ਅੱਗੇ ਟੇਪ ਲੈ ਕੇ ਜਾਣੀ, ਫਿਰ ਅੱਗੇ 2 ਬੰਦੇ ਚਾਹੀਦੇ ਸੀ, 3 ਬੰਦੇ ਹੋਣੇ ਚਾਹੀਦੇ ਸੀ ਉਹਦੇ ਨਾਲ, ਜਿਹੜੇ 2 ਬੰਦੇ ਦੇ ਚੇਨ ਫੜਦੇ ਦੋਨਾਂ ਪਾਸਿਆਂ ਤੋਂ, ਤੇ ਇੱਕ ਬੰਦਾ ਜਿਹੜਾ ਨੋਟ ਕਰੀ ਜਾਂਦਾ ਨਾਲ ਨਾਲ ਤੇ ਕਿੰਨੇ ਮੀਟਰ ਲੈਂਥ ਹੋ ਗਈ ਹੈਗੀ ਆ, ਠੀਕ ਆ। ਤੇ ਉਹ ਵੀ ਕੰਮ ਸੀਗੇ ਜਿਹੜੇ ਪਹਿਲੇ ਅਸੀਂ ਵਰਤਦੇ ਹੁੰਦੇ ਸੀ। ਫਿਰ ਕੀ ਸੀ ਕਿ ਜੇਕਰ ਕਿਸੇ ਪਲਾਟ ਦੀ ਅਸੀਂ ਮਾਰਕਿੰਗ ਕਰਨੀ ਸੀ, ਜੇ ਆਪਾਂ ਮਾਰਕਿੰਗ ਕਰਨੀ ਆ ਪਲਾਟ ਦੀ, ਤੇ ਉਹਦੇ ਚਾਰੇ ਪੁਆਇੰਟਾਂ ਨੂੰ ਅਸੀਂ ਅਗਰ ਗੁਣੀਆਂ ਚ ਲੈਣਾ ਜਾਂ ਕੋਈ ਉਹਦੇ ਐਂਗਲ ਕੱਢਣੇ ਆ, ਤੇ ਸਾਨੂੰ ਉਹਦੇ ਲਈ ਥਿਓਡੋਲਾਈਟ ਦੀ ਲੋੜ ਪੈਂਦੀ। ਅਗਰ ਇਸ ਤੋਂ ਇਲਾਵਾ ਕਈ ਸਰਵੇ ਕਰਨੇ ਹੁੰਦੇ ਜਿਸ ਚ ਪਲੇਨ ਟੇਬਲ ਸਰਵੇ ਜਾਂ ਫਿਰ ਕੰਪਾਸ ਸਰਵੇ, ਬਹੁਤ ਸਾਰੇ ਇੰਸਟਰੂਮੈਂਟ ਜਿਹੜੇ ਆ ਸਰਵੇ ਦੇ ਯੂਜ਼ ਕਰਨੇ ਪੈਂਦੇ ਸੀ। ਅਗਰ ਅਸੀਂ ਇਹਨੇ ਸਾਰੀਆਂ ਚੀਜ਼ਾਂ ਨੂੰ ਕਿਤੇ ਸਰਵੇ ਕਰਨ ਜਾਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਪੈਂਦਾ ਸੀ, ਸਾਨੂੰ ਨਾਲ ਲੈ ਕੇ ਚੁੱਕ ਕੇ ਆਪਣੇ ਨਾਲ ਲੈ ਕੇ ਜਾਣੇ ਹੀ ਪੈਂਦਾ ਸੀ। ਫੀਲਡ ਦੇ ਵਿੱਚ ਅਗਰ ਵਰਕ ਕਰਨਾ ਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਕੀ ਕਰਨੇ ਪੈਣੀਆਂ ਹੈ, ਨਾਲ ਲੈ ਕੇ ਜਾਣੇ ਪੈਣੀਆਂ ਸੀ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਗੌਡਫਰੇ ਹੋਫਮੈਨ ਐਸੋਸੀਏਸ਼ਨ ਨੇ 1971 ਦੇ ਵਿੱਚ ਬੰਤੇ ਟੋਟਲ ਸਟੇਸ਼ਨ ਜਿਹੜਾ ਸੀ 1968 ਦੇ ਵਿੱਚ 1965 ਦੇ ਵਿੱਚ ਬਣਿਆ ਸੀ। ਪਰ ਇਹਨੂੰ ਕੀ ਆ, ਜਿਹੜਾ ਪਹਿਲੇ ਵਾਰੀ ਐਂਗਲ ਮੇਅਰਮੈਂਟ ਕੀਤੇ ਜਾਂ ਉਹਨੂੰ ਚੀਜ਼ਾਂ ਨੂੰ ਤਿਆਰ ਕੀਤਾ ਗਿਆ, ਉਹ ਜਿਹੜੀ ਚੀਜ਼ ਸੀਗੀ ਉਹ ਹੀ ਟੋਟਲ ਸਟੇਸ਼ਨ, ਜਿਹਦੇ ਨਾਲ ਸਾਰੇ ਕੰਮ ਜਿਹੜੇ ਉਹ ਕੀਤੇ ਜਾ ਸਕਦੇ। ਇਹ ਹੈਗਾ ਟੋਟਲ ਸਟੇਸ਼ਨ ਦਾ ਬੇਸਿਕ ਜਾਂ ਨੌਲੇਜ। तो ਅੱਜ ਅਸੀਂ ਜਿਹੜਾ ਟੌਪਿਕ ਦੇ ਵਿੱਚ ਜਿਹੜਾ ਕਰਨਾ ਉਹ ਕਰਨਾ ਕਿ ਇੰਟਰੋਡਕਸ਼ਨ ਆਫ ਟੋਟਲ ਸਟੇਸ਼ਨ। ਟੋਟਲ ਸਟੇਸ਼ਨ ਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ, ਫਿਰ ਉਹਦੀਆਂ ਕਿਸਮਾਂ ਦੇਖਾਂਗੇ ਕਿ ਉਹ ਕਿੰਨੀਆਂ ਕਿਸਮਾਂ ਦਾ ਹੁੰਦਾ। ਜੇ ਕੋਈ ਚੀਜ਼ ਬਣਾਈ ਹੈ ਤੇ ਉਹਦੇ ਕੁਝ ਐਡਵਾਂਟੇਜ ਡਿਸਐਡਵਾਂਟੇਜ ਵੀ ਹੁੰਦੇ ਆ, ਇਸੇ ਤਰ੍ਹਾਂ ਟੋਟਲ ਸਟੇਸ਼ਨ ਦੇ ਵੀ ਕੁਝ ਐਡਵਾਂਟੇਜ ਤੇ ਡਿਸਐਡਵਾਂਟੇਜ ਹੈਗੇ ਆ। ਫਿਰ ਕੀ ਹੈ ਕਿ ਉਹਨੂੰ ਜੇਕਰ ਅਸੀਂ ਜਦੋਂ ਵਰਤਣਾ ਤੇ ਉਹਦੇ ਲਈ ਪ੍ਰੀਕੋਸ਼ਨ ਵੀ ਯੂਜ਼ ਕਰਨੇ ਆ, ਉਹ ਵੀ ਅੱਜ ਅਸੀਂ ਡਿਸਕਸ਼ਨ ਕਰਾਂਗੇ ਤੁਹਾਡੇ ਦੇ ਨਾਲ। ਫਿਰ ਇਹਦੇ ਟੋਟਲ ਸਟੇਸ਼ਨ ਦੇ ਪਾਰਟ ਕਿਹੜੇ ਕਿਹੜੇ ਪਾਰਟ ਹੁੰਦੇ ਆ ਉਹਨਾਂ ਬਾਰੇ ਵੀ ਡਿਸਕਸ ਕਰਾਂਗੇ। ਫਿਰ ਲਾਸਟ 'ਚ ਅਸੀਂ ਉਹਦੀ ਸੈਟਿੰਗ ਦੇਖਾਂਗੇ ਵੀ ਉਹਨੂੰ ਟੋਟਲ ਸਟੇਸ਼ਨ ਨੂੰ ਅਸੀਂ ਸੈੱਟ ਕਿੱਦਾਂ ਕਰਨਾ। ਇਹ ਜਿਹੜੇ 6 ਪੁਆਇੰਟ ਹੈਗੇ ਆ ਇਹ ਅੱਜ ਤੁਹਾਡੇ ਨਾਲ ਡਿਸਕਸ਼ਨ ਕਰਨੇ ਆ। ਪਲੱਸ 7 ਨੰਬਰ ਤੇ ਕੁਐਰੀ, ਜੇਕਰ ਕਿਸੇ ਦਾ ਲਾਸਟ ਕੁਐਸਚਨ ਹੋਏਗਾ ਉਹ ਮੈਨੂੰ ਲਾਸਟ 'ਚ ਪੁੱਛ ਸਕਦਾ ਜੀ, ਠੀਕ ਹੈ। ਕੋਈ ਵੀ ਹੈਂਡ ਰਾਈਜ਼ ਕਰਕੇ ਸਾਰੇ ਕੰਮ ਜਿਹੜੇ ਆ ਉਹ ਕੋਈ ਪ੍ਰੋਬਲਮ ਹੋਏਗੀ ਤਾਂ ਮੈਨੂੰ ਦੱਸ ਸਕਦਾ ਜੀ। ਇੰਟਰੋਡਕਸ਼ਨ ਦੇ ਵਿੱਚ ਕੀ ਆ ਕਿ ਜਦੋਂ ਉਹਨਾਂ ਨੇ ਗੌਡਫਰੇ ਹੈਲਬਰਨ ਐਸੋਸੀਏਸ਼ਨ ਨੇ 1971 ਦੇ ਵਿੱਚ ਪਹਿਲੀ ਵਾਰ ਇੰਸਟਰੂਮੈਂਟ ਯੂਜ਼ ਕੀਤਾ, ਜਿਹਦੇ ਨਾਲ ਹੋਰੀਜ਼ੈਂਟਲ ਤੇ ਵਰਟੀਕਲ ਐਂਗਲ ਜਿਹੜੇ ਮੇਅਰ ਕੀਤੇ, ਪਲੱਸ ਉਹਨੂੰ ਸਟੋਰ ਕੀਤਾ ਗਿਆ। ਤੇ ਉਸ ਬਲਾ ਨੂੰ ਜਾਂ ਉਸ ਇੰਸਟਰੂਮੈਂਟ ਨੂੰ ਕੀ ਕਹਿੰਦੇ ਅਸੀਂ ਟੋਟਲ ਸਟੇਸ਼ਨ। ਟੋਟਲ ਸਟੇਸ਼ਨ ਵੀ ਇੱਕ ਸਰਵੇ ਇੰਸਟਰੂਮੈਂਟ ਹੀ ਹੈਗਾ, ਇਹਦੇ ਨਾਲ ਸਰਵੇ ਹੀ ਕੀਤਾ ਜਾਂਦਾ। ਪਰ ਇਹਦੇ ਵਿੱਚ ਕੀ ਹੈਗਾ, ਈਡੀਐਮ ਇਲੈਕਟ੍ਰੋਮੈਗਨੈਟਿਕ ਡਿਸਟੈਂਸ ਮੇਅਰਿੰਗ ਪਲੱਸ ਇਲੈਕਟ੍ਰੋਨਿਕ ਥਿਓਡੋਲਾਈਟ। ਜਿਹੜੀ ਥਿਓਡੋਲਾਈਟ ਆ ਉਹਦਾ ਤੇ ਈਡੀਐਮ ਦਾ ਮੇਲ ਹੈਗਾ। ਈਡੀਐਮ ਹੁੰਦੀ ਹੈ ਮਤਲਬ ਕੋਈ ਬਟਨ ਅਸੀਂ ਪ੍ਰੈਸ ਕੀਤਾ ਡਿਸਟੈਂਸ ਮੇਅਰ ਕਰਨ ਦੇ ਲਈ, ਤੇ ਜਿਹੜੀ ਉਹਦੇ ਵਿੱਚੋਂ ਲੇਜ਼ਰ ਨਿਕਲਦੀ ਹੈ, ਲੇਜ਼ਰ ਨਿਕਲ ਕੇ ਪ੍ਰਿਜ਼ਮ ਤੱਕ ਗਈ ਤੇ ਪ੍ਰਿਜ਼ਮ ਤੋਂ ਵਾਪਸ
ਟੋਟਲ ਸਟੇਸ਼ਨ ਤੱਕ ਆਈ ਜਿਹੜੀ ਆ ਉਹ ਵੇਵਲੈਂਥ ਮੇਅਰ ਜਿਹੜੀ ਕਰਦੇ ਆ ਉਹਦਾ ਜਿਹੜਾ ਉਹਦਾ ਤੇ ਇਲੈਕਟ੍ਰੋਨਿਕ ਥਿਓਡੋਲਾਈਟ ਦਾ ਜਿਹੜਾ ਉਹ ਮੇਲ ਹੈਗਾ। ਔਰ ਇਹਦੇ ਵਿੱਚ ਕੀ ਆ ਮਾਈਕਰੋ ਪ੍ਰੋਸੈਸਰ ਹੁੰਦਾ। ਮਾਈਕਰੋ ਪ੍ਰੋਸੈਸਰ ਮਤਲਬ ਦਿਮਾਗ। ਛੋਟਾ ਸਿੰਪਲ ਜੀ ਭਾਸ਼ਾ 'ਚ ਤੁਹਾਨੂੰ ਦੱਸਦਾ ਕਿ ਮਾਈਕਰੋ ਪ੍ਰੋਸੈਸਰ ਹੈਗਾ ਦਿਮਾਗ। ਇਹਦੇ ਵਿੱਚ ਦਿਮਾਗ ਵੀ ਹੈਗਾ ਤੇ ਜਿਹੜੀ ਅਸੀਂ ਇਹਨੂੰ ਕੋਈ ਕਮਾਂਡ ਦਿੰਦੇ ਹਾਂ ਕੈਲਕੂਲੇਸ਼ਨ ਦੀ, ਏਰੀਆ ਕੱਢਣ ਦੀ ਕਮਾਂਡ ਦੇਵਾਂਗੇ ਤੇ ਉਹ ਇਹਦਾ ਏਰੀਆ ਕੈਲਕੂਲੇਟ ਕਰਕੇ ਸਾਨੂੰ ਸ਼ੋ ਕਰ ਦੇਗਾ। ਫਿਰ ਇਹਦੇ ਵਿੱਚ ਪੁਆਇੰਟ ਵੀ ਸਟੋਰ ਕੀਤੇ ਜਾ ਸਕਦੇ ਹੈਗੇ ਆ, ਜਿੰਨੇ ਵੀ ਅਸੀਂ ਮਾਰਕਿੰਗ ਕਰਨੀ ਹੈਗੀ ਆ, ਕਿਤੇ ਪੁਆਇੰਟ ਕੱਢਣੇ ਹੈਗੇ ਆ ਉਹ ਵੀ ਕੀਤੇ ਜਾ ਸਕਦੇ ਹੈਗੇ ਆ। ਸਾਰੇ ਦੇ ਸਾਰੇ ਇਹਦੇ ਵਿੱਚ ਸਟੋਰ ਹੋ ਜਾਂਦੇ ਹੈਗੇ ਆ। ਹੋਰੀਜ਼ੈਂਟਲ ਐਂਗਲ, ਵਰਟੀਕਲ ਐਂਗਲ ਤੇ ਸਲੋਪ, ਡਿਸਟੈਂਸ ਵੀ ਇਹਦੇ ਵਿੱਚ ਮਾਪਿਆ ਜਾ ਸਕਦਾ ਤੇ ਇਹਨੂੰ ਅਸੀਂ ਕਹਿੰਦੇ ਆ ਟੋਟਲ ਸਟੇਸ਼ਨ। ਇਹਦਾ ਜਿਹੜਾ ਅਪਰੋਕਸੀਮੇਟ weight ਹੁੰਦਾ ਉਹ ਅਪਰੋਕਸੀਮੇਟ 6 ਕਿਲੋ ਦੇ ਬਰਾਬਰ ਹੁੰਦਾ ਹੈਗਾ। ਔਰ ਇਹਦੀ ਜਿਹੜੀ ਆਪਾਂ ਇਹਦੀ ਡਿਮੈਂਸ਼ਨ ਅਗਰ ਦੇਖੀ ਜਾਵੇ, ਟੇਪ ਦੇ ਨਾਲ ਇਹਨੂੰ ਮਿਣਤੀ ਕੀਤੀ ਜਾਵੇ ਤੇ 350 mm ਜਿਹੜੀ ਇਹਦੀ ਹਾਈਟ ਹੁੰਦੀ ਹੈਗੀ ਆ, 190 ਜਿਹੜੀ ਇਹਦੀ ਮੋਟਾਈ ਹੁੰਦੀ ਹੈ ਤੇ 200 mm ਜਿਹੜੀ ਆ ਇਹਦੀ ਚੌੜਾਈ ਹੁੰਦੀ ਹੈਗੀ ਆ। ਇਹ ਇਹਦੀ ਜਿਹੜੀ ਆ ਬਾਰ-ਬਾਰ ਤੋਂ ਮੇਅਰਮੈਂਟ ਜਿਹੜੀ ਕੀਤੀ ਜਾਵੇ ਬੇਸਿਕ ਨੌਲੇਜ ਦੇ ਵਿੱਚ ਇਹ ਹੈਗਾ ਜੀ। ਔਰ ਇਹਦੀ ਜਿਹੜੀ ਰੇਂਜ ਆ ਉਹ ਅਪਰੋਕਸੀਮੇਟ 3 ਕਿਲੋਮੀਟਰ ਤੋਂ ਲੈ ਕੇ ਤੇ 5 ਕਿਲੋਮੀਟਰ ਤੱਕ ਦੀ ਡਿਸਟੈਂਸ ਅਸੀਂ ਜਿਹੜਾ ਉਹ ਮੇਅਰ ਕਰ ਸਕਦੇ ਹਾਂ ਇਹਦੇ ਨਾਲ। ਬਾਕੀ ਐਜ਼ ਪਰ ਇਹ ਜਿੱਦਾਂ ਕਿ ਮੋਬਾਈਲ ਹੀ ਹੈਗੇ ਆ, ਕੁਛ ਮੋਬਾਈਲ ਜਿਹੜੇ ਹੁੰਦੇ ਆ ਉਹਨਾਂ 'ਚ ਘੱਟ ਫੰਕਸ਼ਨ ਹੁੰਦੇ ਆ, ਉਹ ਘੱਟ ਕੰਮ ਕਰਦੇ ਆ। ਕਈ ਮੋਬਾਈਲ ਕੀ ਹੁੰਦੇ ਆ ਜਿਹੜੇ ਨਵੇਂ ਨਿਊ ਟੈਕਨੋਲੋਜੀ ਆਉਂਦੀ ਆ ਉਹਨਾਂ 'ਚ ਫੰਕਸ਼ਨ ਵੱਧ ਹੁੰਦੇ ਆ ਤੇ ਉਹ ਕੀ ਆ ਵੱਧ ਕੰਮ ਕਰਦੇ ਆ। ਉਸੇ ਤਰ੍ਹਾਂ ਇਹ ਟੋਟਲ ਸਟੇਸ਼ਨ ਹੈਗਾ ਕਿ ਜੇਕਰ ਇਹ ਸਸਤਾ ਲਿਆ ਗਿਆ ਤੇ ਇਹਦੇ ਵਿੱਚ ਘੱਟ ਕੰਮ ਹੋਏਗਾ, ਜੇਕਰ ਮਹਿੰਗਾ ਲਿਆ ਗਿਆ ਜਿਸ 'ਚ ਫੀਚਰਸ ਜ਼ਿਆਦਾ ਗਿਆ ਤੇ ਉਹ ਵੱਧ ਕੰਮ ਕਰੇਗਾ। ਠੀਕ ਹੈ ਜੀ। ਇਹ EDM ਸੀਗਾ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਹੈਗਾ ਤੇ ਕੀ ਹੈਗਾ ਕਿ ਇਹਦੇ ਟੋਟਲ ਸਟੇਸ਼ਨ ਦੇ ਵਿੱਚੋਂ ਨਿਕਲ ਕੇ ਇਹ ਪ੍ਰਿਜ਼ਮ ਲੱਗਿਆ ਹੋਇਆ, ਇਹਦੀ ਵੇਵਲੈਂਥ ਜਿਹੜੀ ਹੈਗੀ ਆ ਮੇਅਰ ਕਰਦੀ ਹੈਗੀ ਆ। ਠੀਕ ਹੈ। ਇਹ ਜਿਹੜੀ ਰੇਂਜ ਇੱਥੋਂ ਲੇਜ਼ਰ ਨਿਕਲੀ ਇੱਥੇ ਜਾ ਕੇ ਫਿਰ ਵਾਪਸ ਆਈ, ਇਹ ਜਿਹੜੇ ਟਾਈਮ ਲੱਗਦਾ ਹੈਗਾ ਵਿੱਚ ਉਹਨੂੰ ਕੀ ਹੈਗਾ EDM ਕਹਿੰਦੇ ਹੈਗਾ। ਇਹ ਮਾਈਕਰੋ ਪ੍ਰੋਸੈਸਰ ਚਿਪ ਹੈਗੀ ਆ ਜਿਹੜੀ ਇਹਦੇ ਵਿੱਚ ਲੱਗੀ ਹੁੰਦੀ ਹੈ, ਜਿਹੜੀ ਡਾਟਾ ਸਟੋਰ ਕਰਦੀ ਮਤਲਬ ਜਿਹੜੀ ਕੈਲਕੂਲੇਸ਼ਨ ਕਰਦੀ ਹੈਗੀ ਆ। ਜਿਹੜੀ ਅਸੀਂ ਕਮਾਂਡ ਇਹਨਾਂ ਨੂੰ ਦਿੰਦੇ ਹਾਂ ਜਿਹੜੀ ਵੀ ਕੈਲਕੂਲੇਸ਼ਨ ਦੀ, ਏਰੀਆ ਕੈਲਕੂਲੇਸ਼ਨ ਦੀ ਜਾਂ ਡੈਪਥ ਮਿਣਨ ਦੀ ਜਾਂ ਕੁਛ ਵੀ ਹੈਗਾ, ਇਹ ਉਹ ਕੰਮ ਕਰਦਾ ਹੈਗਾ। ਅੱਗੇ ਕੀ ਹੈ ਕਿ ਇਹਦੇ ਕਿਸਮਾਂ ਕੀ ਹੈਗੀਆਂ। ਪਹਿਲੀ ਕਿਸਮ 'ਚ ਦੇਖਿਆ ਜਾਏ ਤੇ ਇਹ ਹੈਗਾ ਇੱਕ ਮੈਨੂਅਲ। ਪਹਿਲਾ ਕੀ ਹੈਗਾ ਮੈਨੂਅਲ ਟੋਟਲ ਸਟੇਸ਼ਨ ਆਉਂਦਾ ਹੈਗਾ। ਫਿਰ ਆਉਂਦਾ ਸੈਮੀ ਆਟੋਮੈਟਿਕ ਟੋਟਲ ਸਟੇਸ਼ਨ। ਥਰਡ ਨੰਬਰ ਤੇ ਆਉਂਦਾ ਆਟੋਮੈਟਿਕ ਟੋਟਲ ਸਟੇਸ਼ਨ। ਇੱਕ ਕੀ ਹੈ ਸੈਮੀ ਆਟੋਮੈਟਿਕ ਟੋਟਲ ਸਟੇਸ਼ਨ ਤੇ ਦੂਸਰਾ ਕੀ ਹੈਗਾ ਆਟੋਮੈਟਿਕ ਟੋਟਲ ਸਟੇਸ਼ਨ। ਰੋਬੋਟਿਕ ਟੋਟਲ ਸਟੇਸ਼ਨ ਤੇ ਪੰਜਵੇਂ ਨੰਬਰ ਤੇ ਹੈਗਾ ਸਰਵੋ ਡਿਵਾਈਨ ਟੋਟਲ ਸਟੇਸ਼ਨ। ਮੇਨ ਇਹਦੀਆਂ ਇਹੀ 5 ਕਿਸਮਾਂ, ਪਰ ਇੱਕ ਕਿਸਮ ਇਸ ਤੋਂ ਅਲੱਗ ਵੀ ਹੈਗੀ ਆ, ਉਹ ਤੁਹਾਨੂੰ ਲਾਸਟ 'ਚ ਦੱਸਾਂਗੇ ਜ਼ਰੂਰ। ਪਹਿਲੇ ਇਹਦੇ ਬਾਰੇ ਅਸੀਂ ਪੰਜਾਂ ਬਾਰੇ ਡਿਸਕਸ਼ਨ ਕਰ ਲਈਏ। ਮੈਨੂਅਲ ਟੋਟਲ ਸਟੇਸ਼ਨ ਜਿਹੜਾ ਹੁੰਦਾ ਇਹਦੇ ਵਿੱਚ ਕੀ ਹੁੰਦਾ ਕਿ ਸਕਰੀਨ ਦੇ ਉੱਤੇ ਬਟਨ ਲੱਗੇ ਹੁੰਦੇ ਆ ਤੇ ਆਪਾਂ ਮੈਨੂਅਲ ਐਂਗਲ ਜਿਹੜੇ ਆ ਉਹ ਮੇਅਰ ਕਰਨੇ ਹੁੰਦੇ ਆ, ਇਸ ਕਰਕੇ ਇਹਨੂੰ ਕੀ ਕਹਿੰਦੇ ਅਸੀਂ ਮੈਨੂਅਲ ਟੋਟਲ ਸਟੇਸ਼ਨ। ਸੈਮੀ ਆਟੋਮੈਟਿਕ ਟੋਟਲ ਸਟੇਸ਼ਨ ਦੇ ਵਿੱਚ ਕੀ ਹੈ ਸਕਰੀਨ ਲੱਗੀ ਹੁੰਦੀ ਹੈ ਵਿੱਚ, ਜਿੱਦਾਂ ਹੀ ਅਸੀਂ ਕੈਲਕੂਲੇਸ਼ਨ ਕਰਦੇ ਹਾਂ ਇਹਦੇ ਵਿੱਚ ਸ਼ੋ ਹੁੰਦਾ ਜਾਂਦਾ ਹੈਗਾ ਤੇ ਇਹਦੇ 'ਚ ਕੀ ਹੈ ਕਿ ਹੋਰੀਜ਼ੈਂਟਲ ਸਰਕਲ ਜਿਹੜੇ ਆ ਉਹ ਸ਼ੋ ਹੁੰਦੇ ਆ ਤੇ ਵਰਟੀਕਲ ਐਂਗਲ ਦੀ ਰੀਡਿੰਗ ਜਿਹੜੀ ਉਹ ਸਾਨੂੰ ਆਪ ਲੈਣੀ ਪੈਂਦੀ ਹੈਗੀ ਆ। ਆਟੋਮੈਟਿਕ ਟੋਟਲ ਸਟੇਸ਼ਨ ਹੈਗਾ ਕਿ ਥਰਡ ਨੰਬਰ ਤੇ। ਟੋਟਲ ਆਟੋਮੈਟਿਕ ਦੇ ਵਿੱਚ ਕੀ ਹੈਗਾ ਕਿ ਜਿੱਦਾਂ ਸਾਡੇ ਹੁਣ ITIਆਂ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਯੂਜ਼ ਕੀਤਾ ਜਾ ਰਿਹਾ, ਜਿਹੜਾ 2 ਤੋਂ 3 ਸਾਲ ਪਹਿਲੇ ਸ਼ਾਇਦ ਆਇਆ, RTS 160R ਇਹਦਾ ਮਾਡਲ ਹੈਗਾ। ਇਹ ਆਟੋਮੈਟਿਕ ਟੋਟਲ ਸਟੇਸ਼ਨ ਦੇ ਵਿੱਚ ਹੀ ਆਉਂਦੇ ਆ ਜਿਹੜੇ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ। ਇਹਦੀ ਵੀ ਕਾਸਟ ਜਿਹੜੀ ਆ 2.5 ਤੋਂ 3 ਲੱਖ, 3 ਲੱਖ ਦੇ ਅਪਰੋਕਸੀਮੇਟ ਸਟਾਰਟ ਹੁੰਦੀ ਹੈ ਤੇ ਹਾਈ ਲੈਵਲ ਤੇ ਜਾਂਦੀ ਹੈ। ਬੇਸਿਕ ਮਤਲਬ 3 ਲੱਖ ਤੋਂ ਸ਼ੁਰੂ ਹੁੰਦਾ। ਔਰ ਇਹਦਾ ਕੰਮ ਕੀ ਹੈ ਗਿਆ ਵਧੀਆ ਕੰਮ ਕਰਦਾ। ਦਿਸ ਟਾਈਪ ਆਫ ਇਜ਼ ਦਾ ਮੋਸਟ ਯੂਜ਼ੇਬਲ ਟੋਟਲ ਸਟੇਸ਼ਨ ਹੈ ਜਿਹੜਾ ਅੱਜ ਕੱਲ੍ਹ ਅਸੀਂ ਯੂਜ਼ ਕਰਦੇ ਹੈਗੇ ਆ। ਡਿਸਟੈਂਸ ਜਿਹੜਾ ਇਹ ਬੜਾ ਐਕੂਰੇਸੀ ਹੈ ਇਹਦੀ ਮੇਅਰਮੈਂਟ ਦੀ। ਵਿਦਆਊਟ ਪ੍ਰਿਜ਼ਮ ਅਸੀਂ 1 ਕਿਲੋਮੀਟਰ ਤੱਕ, ਇਹਦੇ ਵਿੱਚ ਆਪਸ਼ਨ ਆਉਂਦੀ ਹੈ ਇੱਕ
ਜਦੋਂ ਅਸੀਂ ਕੋਈ ਚੀਜ਼ ਮੇਅਰ ਕਰਦੇ ਹਾਂ ਤੇ ਆਪਸ਼ਨ ਆਏਗੀ ਕਿ ਤੁਸੀਂ ਇਹਨੂੰ ਪ੍ਰਿਜ਼ਮ ਨਾਲ ਕਰਨਾ ਹੈ ਕਿ ਨॉन ਪ੍ਰਿਜ਼ਮ ਨਾਲ ਕਰਨਾ। ਅਗਰ ਨॉन ਪ੍ਰਿਜ਼ਮ ਦੀ ਆਪਸ਼ਨ ਨੂੰ ਅਸੀਂ ਕਲਿੱਕ ਕਰਤਾ ਤੇ ਕੀ ਹੋਏਗਾ ਕਿ ਬਿਨਾ ਪ੍ਰਿਜ਼ਮ ਤੋਂ ਵੀ 1 ਕਿਲੋਮੀਟਰ ਤੱਕ ਰੇਂਜ ਦੀ ਅਸੀਂ डिस्टेंस ਜਿਹੜਾ ਮੇਅਰ ਕਰ ਸਕਦੇ ਹਾਂ, ਇਹਦੇ ਐਂਗਲ ਮੇਅਰ ਕਰ ਸਕਦੇ ਹਾਂ। ਪਰ 1 ਕਿਲੋਮੀਟਰ ਤੋਂ ਬਾਅਦ ਅਗਰ ਯੂਜ਼ ਕਰਾਂਗੇ ਅਸੀਂ ਨੂੰ ਤੇ ਕੀ ਹੈ 5 mm ਤੋਂ ਲੈ ਕੇ 10 mm ਤੱਕ ਦਾ ਐਰਰ ਜਿਹੜਾ ਉਹ ਆਂਦਾ ਹੈਗਾ। ਅੱਗੇ ਕੀ ਹੈਗਾ ਰੋਬੋਟਿਕ ਟੋਟਲ ਸਟੇਸ਼ਨ। ਇਹਦਾ ਨਾਂ ਤੋਂ ਹੀ ਪਤਾ ਲੱਗਦਾ ਪਿਆ ਕਿ ਇਹ ਇੱਕ ਕਿਸਮ ਦਾ ਰੋਬੋਟ ਹੀ ਹੈਗਾ। ਰੋਬੋਟਿਕ ਟੋਟਲ ਸਟੇਸ਼ਨ ਜਾਂ ਇਹਨੂੰ ਸ਼ਾਰਟ ਫਾਰਮ ਚ RTS ਵੀ ਕਹਿੰਦੇ ਆ। ਅਗਰ ਪੇਪਰ ਚ RTS ਵੀ ਲਿਖਿਆ ਜਾਂਦਾ RTS ਤਾਂ ਉਹਦਾ ਮਤਲਬ ਇਹੀ ਹੈ ਕਿ ਰੋਬੋਟਿਕ ਟੋਟਲ ਸਟੇਸ਼ਨ ਹੈਗਾ। ਇਹ ਕੰਮ ਕੀ ਕਰਦਾ ਕਿ ਇਹ ਬਾਕੀਆਂ ਨਾਲੋਂ ਫਾਸਟ ਹੈਗਾ, ਕੈਲਕੂਲੇਸ਼ਨ ਫਾਸਟ ਕਰਦਾ ਹੈਗਾ, ਔਰ ਇਹਦੇ ਲਈ 2 ਆਦਮੀਆਂ ਦੀ ਲੋੜ ਨਹੀਂ ਪੈਂਦੀ। ਜਿੱਦਾਂ ਆਪਾਂ ਕੀ ਹੀ ਕਿ ਆਟੋਮੈਟਿਕ ਟੋਟਲ ਸਟੇਸ਼ਨ ਦੇ ਵਿੱਚ ਕੀ ਕਰਦੇ ਸੀ ਕਿ ਇੱਕ ਬੰਦਾ ਕੀ ਹੁੰਦਾ ਪ੍ਰਿਜ਼ਮ ਲੈ ਕੇ ਅੱਗੇ ਜਾਂਦਾ, ਜਿੱਥੇ ਵੀ ਪੁਆਇੰਟ ਲੈਣੇ ਆ ਉੱਥੇ ਲੈ ਕੇ ਪ੍ਰਿਜ਼ਮ ਲੈ ਕੇ ਖੜਾ ਹੋਏਗਾ ਤੇ ਦੂਸਰਾ ਜਿਹੜਾ ਬੰਦਾ ਹੈਗਾ ਸਕਿਲਡ ਜਿਹੜਾ ਇੰਜੀਨੀਅਰ ਹੈਗਾ ਉਹ ਇਹਦੇ ਉੱਤੇ ਖਲੋ ਕੇ ਇਹਦੀਆਂ ਕੈਲਕੂਲੇਸ਼ਨਾਂ ਲੈਂਦਾ ਹੈਗਾ। ਠੀਕ ਹੈ, ਤੇ ਉਹਨੂੰ ਇਸ਼ਾਰੇ ਕਰਦਾ ਰਹਿੰਦਾ ਕਿ ਇੱਥੇ ਖੜਾ ਹੋ, ਇਸ ਸਾਈਡ ਤੇ ਖੜਾ ਹੋ, ਇਹਨੂੰ ਲੈਵਲ ਤੇ ਕਰ, ਤੇ ਫਿਰ ਉਹ ਕੀ ਹੈ ਸਾਰੀਆਂ ਮੇਜਰਮੈਂਟ ਲੈਂਦਾ ਹੀ। ਪਰ ਰੋਬੋਟਿਕ ਟੋਟਲ ਸਟੇਸ਼ਨ ਤੇ ਇਦਾਂ ਨਹੀਂ ਹੁੰਦਾ, ਇਹਨੂੰ ਕੱਲਾ ਬੰਦਾ ਵੀ ਆਪਰੇਟ ਕਰਦਾ ਜੇ। ਜਿੱਦਾਂ ਤੁਸੀਂ ਇਸ ਪਿਕਚਰ 'ਚ ਅਗਰ ਧਿਆਨ ਨਾਲ ਦੇਖੋ ਤੇ ਟੋਟਲ ਸਟੇਸ਼ਨ ਇਸ ਸਾਈਡ ਤੇ ਲੱਗਾ ਹੋਇਆ, ਇਹ ਪਰਸਨ ਖੜਾ, ਇਹਦੇ ਹੱਥ 'ਚ ਇਹ ਹੈਗਾ ਆਪਣਾ ਪ੍ਰਿਜ਼ਮ ਤੇ ਇਹ ਹੈਗਾ ਇਹਦੇ ਕੋਲ ਰਿਮੋਟ। ਇਹ ਆਪਣੇ ਆਪ ਆਟੋਮੈਟਿਕਲੀ ਮੂਵ ਕਰਦਾ ਟੋਟਲ ਸਟੇਸ਼ਨ। ਜਿਸ ਸਾਈਡ ਤੇ ਇਹ ਜਾਏਗਾ ਇਹਦੇ ਹੱਥ ਜਿਹੜਾ ਰਿਮੋਟ ਆ ਉਹਦੇ ਨਾਲ ਇਹ ਉਸੇ ਸਾਈਡ ਤੇ ਘੁੰਮ ਜਾਏਗਾ ਤੇ ਉੱਥੋਂ ਰੀਡਿੰਗ ਜਿਹੜੀ ਹੈ ਲੈ ਲੇਗਾ। ਕੱਲਾ ਪਰਸਨ ਵੀ ਇਹਦੇ ਤੇ ਕੰਮ ਕਰ ਸਕਦਾ ਜੀ ਰੋਬੋਟਿਕ ਟੋਟਲ ਸਟੇਸ਼ਨ। ਪਰ ਉਹੀ ਹੈ ਕਿ ਜਿੰਨਾ ਮਹਿੰਗੀ ਚੀਜ਼ ਲਓਗੇ ਉਨਾ ਹੀ ਵੱਧ ਕੰਮ ਹੋਏਗਾ। ਔਰ ਇਹ ਹੈ ਕਿ ਇੰਟਰਨੈਟ ਨਾਲ ਯੂਜ਼ ਹੁੰਦਾ, ਨੈਟ ਇੰਟਰਨੈਟ ਹੋਣਾ ਚਾਹੀਦਾ ਜਿੱਦਾਂ ਕਿ ਫਿਰ ਹੀ ਇਹ ਮਤਲਬ ਪ੍ਰੋਪਰ ਕੰਮ ਕਰੇਗਾ। ਨੈਕਸਟ ਸਕਰੀਨ 'ਚ ਤੁਹਾਨੂੰ ਇਹ ਦੱਸਦਾ ਮੈਂ ਵੀ ਇਹਦੇ 'ਚ ਕੀ ਹੈਗਾ ਕਿ ਟੋਟਲ ਸਟੇਸ਼ਨ ਇੱਥੇ ਖੜਾ, ਰੋਬੋਟਿਕ ਟੋਟਲ ਸਟੇਸ਼ਨ ਦੀ ਗੱਲ ਹੁੰਦੀ ਪਈ ਆ। ਪਹਿਲਾ ਪੁਆਇੰਟ ਇੱਥੇ ਲਿਆ, ਆਟੋਮੈਟਿਕਲੀ ਉਹਨੇ ਇੱਥੇ ਇਹ ਆਦਮੀ ਜਿਹੜਾ ਇੱਥੇ ਖੜਾ ਹੋਇਆ ਤੇ ਇਹਨੇ ਇੱਥੇ ਪੁਆਇੰਟ ਲੈ ਲਿਆ। ਥਰਡ ਪੁਆਇੰਟ ਇੱਥੇ ਲਿਆ, ਚੌਥਾ ਪੁਆਇੰਟ ਇਹ ਬੰਦਾ ਇੱਥੇ ਲੈਣਾ ਚਾਹੁੰਦਾ ਪਰ ਇਹਨੇ ਆਟੋਮੈਟਿਕਲੀ ਤੁਹਾਨੂੰ ਦੱਸ ਦੇਣਾ ਕਿ ਇਹ ਥੋੜਾ ਨਜ਼ਦੀਕ ਹੈਗਾ, ਇੱਥੇ ਕਿ ਜੀ ਇਹਨੇ ਆਪਣੇ ਆਪ ਰੇਂਜ ਦੱਸ ਦੇਣੀ ਵੀ ਇੱਥੇ ਖੜਾ ਹੋਏਗਾ ਬੰਦਾ। ਇੱਥੇ ਜਿਸ ਵੇਲੇ ਖੜਾ ਹੋਏਗਾ ਤੇ ਇਹ ਪੁਆਇੰਟ ਇਹ ਆ ਆਟੋਮੈਟਿਕਲੀ ਇੱਥੇ ਪੁਆਇੰਟ ਲੈ ਲੇਗਾ। ਹੁਣ ਅੱਗੇ ਮੰਨ ਲਓ ਕਿ ਲਾਗੇ ਦੇ ਇਹ ਘਰ ਹੈਗਾ, ਘਰ ਦੇ ਇਹ ਬੇਸ ਦੇ ਵਿੱਚ ਤੇ ਪੁਆਇੰਟ ਲੈ ਲੇਗਾ ਆਦਮੀ ਖੜਾ ਹੋ ਕੇ ਪ੍ਰਿਜ਼ਮ, ਪਰ ਹਾਈਟ ਦੇ ਉੱਤੇ ਇੱਥੇ ਨਹੀਂ ਲੈ ਸਕਦਾ, ਇੱਥੇ ਨਹੀਂ ਖੜਾ ਹੋ ਸਕਦਾ ਆਦਮੀ, ਇੱਧਰ ਵੀ ਨਹੀਂ ਖੜਾ ਹੋ ਸਕਦਾ ਤੇ ਇੱਧਰ ਵੀ ਨਹੀਂ ਖੜਾ ਹੋ ਸਕਦਾ। ਤੇ ਫਿਰ ਕੀ ਕਰਦਾ ਇਹ ਜਿਹੜਾ ਇਹ ਆਟੋਮੈਟਿਕ ਆਪਣੇ ਆਪ ਇੱਥੇ ਪੁਆਇੰਟ ਲੈ ਲੇਗਾ, ਇੱਥੇ ਪੁਆਇੰਟ ਲੈ ਲੇਗਾ, ਇੱਥੇ ਸਾਰੀ ਜਗ੍ਹਾ ਤੇ ਆਪਣੇ ਆਪ ਹੀ ਇਹਦੇ ਕੋਆਰਡੀਨੇਟ ਜਿਹੜੇ ਆ ਉਹ ਕਲੈਕਟ ਕਰ ਲੈਂਦਾ। ਇੰਨਾ ਫਾਇਦਾ ਇਹਦਾ, ਔਰ ਇਹਦੀ ਕੈਲਕੂਲੇਸ਼ਨ ਆਪਣੇ ਆਪ ਹੀ ਇਹ ਕਰ ਦਿੰਦਾ ਹੈਗਾ। ਸਰਵੋ ਡਿਵਾਈਨ ਵੀ ਜਿਹੜਾ ਇਹ ਸਾਡੀਆਂ ਜਿਹੜੀਆਂ ਇੱਛਾਵਾਂ ਦੇ ਨਾਲ ਚੱਲਦਾ, ਜਿੱਦਾਂ ਸ਼ਾਇਦ S4 ਕੇ ਪਤਾ ਨਹੀਂ ਕਿਹੜਾ ਫੋਨ ਆਇਆ ਸੀਗਾ ਪਹਿਲੇ, ਜਿਹੜਾ ਉਹ ਸਾਡੀ ਅੱਖਾਂ ਦੀ ਪਲਕਾਂ ਨਾਲ ਚੱਲਦਾ ਹੁੰਦਾ ਸੀ, ਮਤਲਬ ਜਿੱਧਰ ਨੂੰ ਅਸੀਂ ਦੇਖਦੇ ਸੀ ਉਧਰ ਨੂੰ ਉਹ ਸਕਰੋਲ ਕਰਦਾ ਹੈ। ਇਸੇ ਤਰ੍ਹਾਂ ਇਹ ਸਰਵੋ ਡਿਵਾਈਨ ਟੋਟਲ ਸਟੇਸ਼ਨ ਇੱਕ ਇਦਾਂ ਦਾ ਕਿ ਇਹ ਰੋਬੋਟਿਕ ਤੇ ਇਹਦਾ ਜਿਹੜਾ ਕੰਮ ਜਿਹੜਾ ਕਰਦਾ ਹੈਗਾ। ਇਹਨੂੰ ਕੀ ਹੈ ਕਿ ਇੱਕ ਜਗ੍ਹਾ ਤੇ ਖੜਾ ਕਰ ਦੋ, ਆਟੋਮੈਟਿਕਲੀ ਉਸ ਜਗ੍ਹਾ ਦੇ ਕੀ ਹੈ ਸੈਟੇਲਾਈਟ ਦੇ ਦੁਆਰਾ ਸਾਰੇ ਉੱਥੋਂ ਦੇ ਕੋਆਰਡੀਨੇਟ, ਨਕਸ਼ਾ, ਮੈਪ ਜਿਹਨੂੰ ਕਹਿੰਦੇ ਆ, ਉਹ ਸਾਰਾ ਕੀ ਹੈ ਆਪਣੇ ਚ ਅਜ਼ਰ ਕਰ ਲੈਂਦਾ, ਮਤਲਬ ਆਪਣੇ ਚ ਸਟੋਰ ਕਰ ਲੈਂਦਾ, ਸੌਰੀ ਸਾਰੇ ਆਪਣੇ ਚ ਕੀ ਹੈ ਸਟੋਰ ਕਰ ਲੈਂਦਾ ਤੇ ਬਾਅਦ ਚ ਇਹਨੂੰ ਜਾ ਕੇ ਆਪਾਂ ਕੰਪਿਊਟਰ ਤੇ ਲਾ ਕੇ ਤੇ ਆਸਾਨੀ ਦੇ ਨਾਲ ਜਿਹੜੀ ਆ ਉਹ ਕੱਢ ਸਕਦੇ ਆ, ਜਿਹਦੇ ਕੋਆਰਡੀਨੇਟ ਜਿਹੜੇ ਆ ਅਸੀਂ ਕੱਢ ਸਕਦੇ ਆ। ਫਿਰ ਤੁਹਾਨੂੰ ਇਹ ਗੱਲ ਦੱਸੀ ਮੈਂ ਅੱਗੇ ਵੀ ਅਸੀਂ ਜੇ ਕੋਈ ਚੀਜ਼ ਲਈ ਆ, ਚਾਹੇ ਮੋਬਾਈਲ ਹੀ ਲਿਆ ਜਾਂ ਕੋਈ ਹੋਰ ਇੰਸਟਰੂਮੈਂਟ ਪਰਚੇਜ਼ ਕੀਤਾ, ਤੇ ਉਹਦੇ ਕੁਝ ਫਾਇਦੇ ਹੁੰਦੇ ਆ ਤੇ ਕੁਝ ਨੁਕਸਾਨ ਵੀ ਹੁੰਦੇ ਆ, ਐਡਵਾਂਟੇਜ ਹੁੰਦੇ ਆ ਤੇ ਕੁਝ ਡਿਸਐਡਵਾਂਟੇਜ ਵੀ ਹੁੰਦੇ ਆ। ਇਸੇ ਤਰ੍ਹਾਂ ਟੋਟਲ ਸਟੇਸ਼ਨ ਆ,
ਟੋਟਲ ਸਟੇਸ਼ਨ ਦੇ ਵੀ ਕੁਝ ਕੀ ਹੈ ਗਿਆ ਐਡਵਾਂਟੇਜ ਹੈ ਗਿਆ ਤੇ ਕੁਝ ਡਿਸਐਡਵਾਂਟੇਜ ਵੀ ਹੈ ਗਿਆ। ਅਗਰ ਅਸੀਂ ਐਡਵਾਂਟੇਜ ਦੀ ਗੱਲ ਕਰੀਏ ਤੇ ਕੀ ਹੈ ਕਿ ਇਹ ਟ੍ਰਾਈਪੋਡ ਸਟੈਂਡ ਦੇ ਉੱਤੇ ਆਸਾਨੀ ਦੇ ਨਾਲ ਸੈੱਟ ਹੋ ਜਾਂਦਾ। ਕਿਉਂ? ਕਿਉਂਕਿ ਇਹਦੇ ਉੱਤੇ ਲੇਜ਼ਰ ਹੁੰਦੀ ਹੈ ਇੱਕ ਪੁਆਇੰਟ ਤੇ ਅਗਰ ਉਹ ਅਸੀਂ ਸੈੱਟ ਕਰਨਾ ਤੇ ਲੇਜ਼ਰ ਪਲਮਿਟ ਜਿਹੜੀ ਆ ਉਹਨੂੰ ਅਸੀਂ ਕਲਿੱਕ ਕਰਾਂਗੇ ਤਾਂ ਆਟੋਮੈਟਿਕਲੀ ਜ਼ਮੀਨ ਦੇ ਉੱਤੇ ਇੱਕ ਲੇਜ਼ਰ ਜਿਹੀ ਆ ਜਾਏਗੀ ਤੇ ਇਹਨੂੰ ਟ੍ਰਾਈਪੋਡ ਸਟੈਂਡ ਦੇ ਉੱਤੇ ਜਿਹੜਾ ਆਸਾਨੀ ਨਾਲ ਇੱਕ ਪੁਆਇੰਟ ਦੇ ਉੱਤੇ ਸੈੱਟ ਕੀਤਾ ਜਾ ਸਕਦਾ। ਨਹੀਂ ਤਾਂ ਕੀ ਹੁੰਦਾ ਸੀ ਪਹਿਲੇ ਅਸੀਂ ਉਹ ਪਲਮ ਬੋਬ ਜਿਹੜੀ ਉਹ ਗਰਾਉਂਦੇ ਸੀ ਜ਼ਮੀਨ ਦੇ ਉੱਤੇ ਇਹਦੇ ਨਾਲ ਲਾ ਕੇ ਫਿਰ ਜਿਹੜੇ ਪੁਆਇੰਟ ਦੇ ਉੱਤੇ ਸੈੱਟ ਕਰਨਾ, ਪਰ ਉਹਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ 'ਚ ਲੇਜ਼ਰ ਪਲਮਿਟ ਹੁੰਦੀ ਆ, ਆਟੋਮੈਟਿਕਲੀ ਅਸੀਂ ਜਲਦੀ ਨਾਲ ਇਹਨੂੰ ਸੈੱਟ ਕਰ ਸਕਦੇ ਹਾਂ। ਇਹਦੀਆਂ ਕੈਲਕੂਲੇਸ਼ਨਾਂ ਜਿਹੜੀਆਂ ਅਸੀਂ ਉੱਤੇ ਹੀ ਸਕਰੀਨ ਦੇ ਉੱਤੇ ਕਰ ਸਕਦੇ ਹਾਂ, ਔਨ ਬੋਰਡ ਹੀ ਕਰ ਸਕਦੇ ਹਾਂ। ਲੋਕਲ ਲੈਂਗੁਏਜ ਵੀ ਇਹਦੀ ਅਸੀਂ ਯੂਜ਼ ਕਰ ਸਕਦੇ ਹਾਂ, ਮਤਲਬ ਇੰਗਲਿਸ਼ 'ਚ ਤੇ ਆਉਂਦਾ ਹੀ ਆਉਂਦਾ, ਹਰ ਜਗ੍ਹਾ ਤੇ ਇੰਗਲਿਸ਼ 'ਚ ਯੂਜ਼ ਹੁੰਦਾ, ਪਰ ਇਹਦੇ ਨਾਲ ਨਾਲ ਇਹਨੂੰ ਅਸੀਂ ਲੋਕਲ ਲੈਂਗੁਏਜ ਵੀ ਸਿਲੈਕਟ ਕਰ ਸਕਦੇ ਹਾਂ। ਅੱਜ ਤੱਕ ਤੇ ਸਿਰਫ ਇਹਦੇ 'ਚ ਹਿੰਦੀ ਹੀ ਯੂਜ਼ ਹੁੰਦੀ ਆ ਰਹੀ ਹੈ, ਅਗਰ ਪੰਜਾਬੀ ਅਜੇ ਤੱਕ ਇਹਦੇ 'ਚ ਨਹੀਂ ਆਈ, ਪਰ ਮੈਂ ਕਹਿੰਦਾ ਕਿ ਪੰਜਾਬੀ ਹਿੰਦੀ ਦੇ ਨਾਲੋਂ ਇੰਗਲਿਸ਼ 'ਚ ਹੀ ਅਗਰ ਇਹਨੂੰ ਚੂਜ਼ ਕੀਤਾ ਜਾਵੇ ਤੇ ਵਧੀਆ ਚੀਜ਼ ਹੈ, ਕਿਉਂਕਿ ਕੁਝ ਟਰਮਸ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਇੰਗਲਿਸ਼ 'ਚ ਜਲਦੀ ਸਮਝ ਆਉਂਦੀਆਂ ਹੈਗੀਆਂ। ਔਰ ਇਹ ਫੁੱਲ GPS ਕ੍ਰੀਏਸ਼ਨ ਹੈਗਾ, GPS ਸਿਸਟਮ ਨਾਲ ਮਤਲਬ ਹੁੰਦਾ, GPS ਸਿਸਟਮ ਦਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਾਰਿਆਂ ਦੇ ਮੋਬਾਈਲ 'ਚ ਵੀ ਹੈਗਾ GPS ਸਿਸਟਮ ਕੀ ਕੰਮ ਕਰਦਾ, ਇਸੇ ਤਰ੍ਹਾਂ ਇਹ ਕੰਮ ਕਰਦਾ ਹੈਗਾ। ਓਲਡ ਮੈਪ ਇਹ ਹੈਗਾ ਆਟੋਮੇਸ਼ਨਸ ਆਫ ਓਲਡ ਮੈਪਸ, ਅਗਰ ਇਹ ਓਲਡ ਮੈਪ ਹੈਗੇ ਆ ਮਤਲਬ ਕਿਤੇ ਅਸੀਂ ਜਾ ਕੇ ਸਰਵੇ ਕਰਦੇ ਹਾਂ, ਓਲਡ ਮੈਪ ਆ ਉੱਥੋਂ ਦੇ ਕੋਆਰਡੀਨੇਟ ਔਰ ਇਹਦੀ ਜਿਹੜੀ ਕੈਲਕੂਲੇਸ਼ਨ ਕਰਨ ਦੀ ਜਿਹੜੀ ਉਹ ਹੈ ਏਰੀਆ ਜਿਹੜਾ ਅਸੀਂ ਆਸਾਨੀ ਨਾਲ ਇਹਦਾ ਕੈਲਕੂਲੇਸ਼ਨ ਕਰ ਸਕਦੇ ਹਾਂ, ਉੱਥੇ ਬੈਠੇ ਬਿਠਾਏ ਹੀ ਜਿਸ ਫੀਲਡ ਦੇ ਵਿੱਚ ਕੰਮ ਕਰਦੇ ਹਾਂ ਤੇ ਉੱਥੇ ਹੀ ਕਰ ਸਕਦੇ ਹਾਂ। ਨਾਲ ਕੀ ਇਹਦਾ ਜੇਕਰ ਨਕਸ਼ਾ ਤਿਆਰ ਕਰਨਾ, ਮੰਨ ਲਓ ਕਿ ਅਸੀਂ ਸਾਰੀ ਜਗ੍ਹਾ ਤੇ ਪੁਆਇੰਟ ਲੈ ਲਏ, 20 ਪੁਆਇੰਟ ਲੈ ਲਏ ਤੇ 20 ਪੁਆਇੰਟ ਦਾ ਕੀ ਹੈ ਇਹਨੇ ਉਸ ਤੋਂ ਪਹਿਲੇ ਹੀ ਗ੍ਰਾਫਿਕਲ ਵਿਊ ਜਿਹੜਾ ਉਹ ਸ਼ੋ ਕਰ ਦੇਗਾ। ਤੁਹਾਨੂੰ ਸਟੋਰ ਕਰ ਸਕਦੇ ਹੋ ਤੁਸੀਂ ਡਾਟਾ ਆਸਾਨੀ ਦੇ ਨਾਲ, ਇਹਦੇ ਵਿੱਚ ਜਿੰਨੇ ਵੀ ਪੁਆਇੰਟ ਲਏ ਆ ਉਹ ਆਸਾਨੀ ਨਾਲ ਲੈ ਸਕਦੇ ਹਾਂ। ਆਪਾਂ ਆਪਣਾ ਇਹਦਾ ਟਾਈਮ ਵੀ ਬਚਾ ਸਕਦੇ ਹਾਂ, ਔਰ ਵਿਦਆਊਟ ਪ੍ਰਿਜ਼ਮ 3 ਤੋਂ 5 ਕਿਲੋਮੀਟਰ ਕਹਿੰਦਾ ਡਿਸਟੈਂਸ ਤੱਕ ਅਸੀਂ ਲੈ ਸਕਦੇ ਹਾਂ, ਪਰ 1 ਕਿਲੋਮੀਟਰ ਤੱਕ ਦੀ ਰੇਂਜ ਤੱਕ ਇਹਦੇ ਬਿਲਕੁਲ ਐਕੂਰੇਟ ਡਿਸਟੈਂਸ ਆਏਗਾ। ਉਸ ਤੋਂ ਇਲਾਵਾ ਅਗਰ ਅਸੀਂ 1 ਕਿਲੋਮੀਟਰ ਤੋਂ ਬਾਹਰ ਜਾਵਾਂਗੇ ਤਾਂ ਉਹਦੇ ਕੀ ਆ ਕਿ 1 ਤੋਂ 5 mm ਤੱਕ ਐਰਰ ਆਏਗਾ। ਉਸ ਤੋਂ ਬਾਅਦ ਜਿੱਦਾਂ ਹੀ ਅਸੀਂ ਦੂਰੀ ਵੱਧਦੇ ਜਾਵਾਂਗੇ ਸਾਡਾ ਜਿਹੜਾ ਉਹ ਐਰਰ ਜਿਹੜੇ ਆ ਉਹ ਵੱਧਦੇ ਜਾਣਗੇ। ਡਿਸਐਡਵਾਂਟੇਜ ਵੀ ਹੈਗੇ ਆ ਇਹਦੇ, ਜਦੋਂ ਅਸੀਂ ਸਰਵੇ ਵਰਕ ਕਰਨਾ ਕੀ ਹੈ ਕਿ ਇੱਕ ਬੰਦਾ ਇਹਦੇ ਨਾਲ ਪਰਮਾਨੈਂਟ ਖਲੋਤਾ ਹੋਣਾ ਚਾਹੀਦਾ, ਲਾਗੇ ਇਹਦੇ ਵੱਲ ਧਿਆਨ ਰੱਖਣਾ ਚਾਹੀਦਾ ਕਿ ਕੋਈ ਆ ਕੇ ਇਹਨੂੰ ਡਗਾ ਨਾ ਦੇ, ਖਰਾਬ ਨਾ ਕਰ ਦੇ, ਪੂਰੇ ਧਿਆਨ ਰੱਖਣੇ ਪੈਂਦਾ ਇਹਦਾ ਇੰਸਟਰੂਮੈਂਟ ਦਾ। ਇਹ ਇੰਸਟਰੂਮੈਂਟ ਜਿਹੜਾ ਕਾਸਟਲੀ ਹੈਗਾ, ਜਿੱਦਾਂ ਕਿ ਰੋਬੋਟਿਕ ਟੋਟਲ ਸਟੇਸ਼ਨ ਹੀ ਜਿਹੜਾ ਉਹਦੀ ਸਟਾਰਟਿੰਗ ਕਾਸਟ ਹੀ 8 ਲੱਖ ਰੁਪਈਆ, 8 ਲੱਖ ਤੋਂ ਲੈ ਕੇ 25 ਲੱਖ ਤੱਕ ਤੇ ਜੇ 8 ਲੱਖ ਤੋਂ ਲੈ ਕੇ 25 ਲੱਖ ਤੇ ਬਾਕੀ ਜਿਹੜੇ ਦੂਸਰੇ ਸਾਡੀਆਂ ਆਈਟੀਆਂ 'ਚ ਯੂਜ਼ ਕਰਦੇ ਹੋ 3 ਲੱਖ ਦੇ ਹੈ ਤੇ ਮਹਿੰਗੇ ਆ ਨਾ। ਔਰ ਇੱਕ ਗੱਲ ਹੋਰ ਹੈ ਕਿ ਇਹਨੂੰ ਯੂਜ਼ ਕਰਨ ਦੇ ਲਈ ਸਾਨੂੰ ਸਕਿਲਡ ਬੰਦਿਆਂ ਦੀ ਲੋੜ ਪੈਂਦੀ ਹੈ, ਸਕਿਲਡ ਬੰਦਾ ਹੋਣਾ ਚਾਹੀਦਾ ਤੇ ਜਾਂ ਫਿਰ ਪ੍ਰੈਕਟਿਸ ਕਰਦਾ ਰਹਿਣਾ ਚਾਹੀਦਾ। ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਕਹਿੰਦੇ ਹਨ। ਇਸੇ ਤਰ੍ਹਾਂ ਕੀ ਹੈ ਕਿ ਜੇ ਕੋਈ ਬੰਦਾ ਨਾਲ ਰਹੇਗਾ, ਕੋਈ ਇੰਜੀਨੀਅਰ ਦੇ ਨਾਲ ਰਹਿੰਦਾ, ਟੋਟਲ ਸਟੇਸ਼ਨ ਸਿੱਖਦਾ ਰਹਿੰਦਾ ਤੇ ਉਹ ਵੀ ਸਕਿਲਡ ਹੋ ਜਾਂਦਾ, ਉਹ ਵੀ ਕੀ ਹੈ ਸਕਿਲਡ ਪਰਸਨ 'ਚ ਹੀ ਗਿਣਿਆ ਜਾਂਦਾ। ਔਰ ਇੱਕ ਹੋਰ ਇਹਦੀ ਡਿਸਐਡਵਾਂਟੇਜ ਕੀ ਹੈਗਾ ਕਿ ਸਾਨੂੰ ਸਾਰਾ ਹੀ ਸਰਵੇ ਕਰਨ ਦੇ ਬਾਵਜੂਦ, ਜਦੋਂ ਅਸੀਂ ਸਾਰਾ ਹੀ ਸਰਵੇ ਕਰ ਲਿਆ ਤਾਂ ਉਹਦੇ ਬਾਅਦ ਸਾਨੂੰ ਆਪਣੇ ਦਫ਼ਤਰ 'ਚ ਜਾਣੇ ਪੈਣਾ, ਆਪਣੇ ਆਫਿਸ 'ਚ ਜਾ ਕੇ ਕੰਪਿਊਟਰ ਦੇ ਵਿੱਚ ਇਹਦਾ ਸਾਰਾ ਡਾਟਾ ਜਿਹੜਾ ਉਹ ਟ੍ਰਾਂਸਫਰ ਕਰਨਾ ਪੈਂਦਾ ਤੇ ਉੱਥੇ ਜਾ ਕੇ ਅਸੀਂ ਇਹਦੇ ਜੋ ਵੀ ਹੈਗੇ ਲੈਵਲ ਸਕਰੀਨ ਜੋ ਵੀ ਬਣਾਉਣਾ ਅਸੀਂ ਡਿਜ਼ਾਈਨ ਇਹਦਾ ਤਿਆਰ ਕਰ ਸਕਦੇ ਹਾਂ। ਇਹ ਇਹਦੇ ਸੀਗੇ ਡਿਸਐਡਵਾਂਟੇਜ। ਇਸ ਤੋਂ ਬਾਅਦ ਅਸੀਂ ਡਿਸਕਸ ਕਰਨੀ ਹੈ ਤੁਹਾਡੇ ਨਾਲ ਵੀ ਜਦੋਂ ਅਸੀਂ ਇਹਨੂੰ ਯੂਜ਼ ਕਰਦੇ ਹਾਂ ਤੇ ਸੇਫਟੀ ਤਾਂ ਜ਼ਰੂਰੀ ਆ। ਜੇ ਅਸੀਂ ਮੋਬਾਈਲ ਹੀ ਲਿਆ ਤਾਂ ਉਹਨੂੰ ਅਸੀਂ ਕਿੱਦਾਂ ਸੇਫਟੀ ਵਰਤਦੇ ਹਾਂ, ਉਹਦਾ ਕਵਰ ਚੜਾ ਕੇ ਉਹਨੂੰ ਹੱਥ 'ਚ ਫੜ ਕੇ ਰੱਖਦੇ ਹਾਂ, ਡਿੱਗੇ ਨਾ, ਉਹਦਾ ਬਾਰ-ਬਾਰ ਧਿਆਨ ਵੀ ਰੱਖਦੇ ਹਾਂ। ਇਸੇ ਤਰ੍ਹਾਂ ਇਹਦੇ ਲਈ ਵੀ ਜਦੋਂ ਅਸੀਂ ਟੋਟਲ ਸਟੇਸ਼ਨ ਨੂੰ ਵਰਤਣਾ, ਫੀਲਡ ਦੇ ਵਿੱਚ ਕੰਮ ਕਰਨਾ
ਤੇ ਸਾਨੂੰ ਕੀ ਆ ਕੁਝ ਪ੍ਰੀਕਾਸ਼ਨ ਜਿਹੜੇ ਆ ਉਹ ਯੂਜ਼ ਵਰਤਨੇ ਹੀ ਪੈਣੇ ਆ। ਜਿੱਦਾਂ ਕਿ ਇਹਨੂੰ ਜਦੋਂ ਵੀ ਆਪਾਂ ਨੇ ਇੱਕ ਜਗ੍ਹਾ ਤੋਂ ਯੂਜ਼ ਕਰਨਾ ਹੈਗਾ, ਚਾਹੇ ਉਹਦੇ ਟ੍ਰਾਈਪੋਡ ਸਟੈਂਡ ਤੇ ਟਾਈਟ ਕਰਨਾ ਜਾਂ ਖੋਲਣਾ, ਤੇ 2 ਹੈਂਡ ਹੀ ਵਰਤਣ ਪੈਣੇ, ਦੋਨਾਂ ਹੱਥਾਂ ਨੂੰ ਯੂਜ਼ ਕਰਨਾ। ਸਿੰਗਲ ਹੈਂਡ ਨਾਲ ਨਹੀਂ ਕਿ ਉੱਪਰ ਇਦਾਂ ਕਰਕੇ ਰੱਖਤਾ ਤੇ ਬਾਜੀ ਉਹ ਉੱਪਰੋਂ ਛੱਡ ਕੇ ਥੱਲੋਂ ਟਾਈਟ ਕਰਨਾ ਸ਼ੁਰੂ ਕਰਤਾ, ਇਹ ਨਹੀਂ ਕਰਨਾ ਕੰਮ। ਔਰ ਇਹਨੂੰ ਜਦੋਂ ਵੀ ਸਟੈਂਡ ਕਰਨਾ, ਟ੍ਰਾਈਪੋਡ ਸਟੈਂਡ ਦੇ ਉੱਤੇ ਇਹਨੂੰ ਲਗਾਉਣਾ। ਟ੍ਰਾਈਪੋਡ ਸਟੈਂਡ ਜਿਹੜਾ ਉਸ ਜਗ੍ਹਾ ਤੇ ਖੜਾ ਕਰਨਾ ਜਿੱਥੇ ਆਸਾਨੀ ਦੇ ਨਾਲ ਰੱਖਿਆ ਜਾ ਸਕੇ। ਇਹ ਨਾ ਹੋਏ ਕਿ ਉਹਦੀ ਇੱਕ ਲੱਤ ਜਿਹੜੀ ਹੈ ਉਹ ਜ਼ਿਆਦਾ ਖੁੱਲੀ ਹੋਏ ਤੇ ਇੱਕ ਘੱਟ ਖੁੱਲਦੀ ਹੋਏ। ਜਿੱਦਾਂ ਕਿ ਹਿਮਾਚਲ ਦੇ ਵਿੱਚ ਅਸੀਂ ਜੇਕਰ ਸਰਵੇ ਕਰਨਾ ਹੋਏ ਤੇ ਕੀ ਹੁੰਦਾ ਕਿ ਉੱਥੇ ਉੱਚੀ ਨੀਵੀਆਂ ਜਗ੍ਹਾ ਹੁੰਦੀਆਂ, ਉਹ ਕੁਝ ਖੋਲਣੇ ਪੈਂਦੀ ਹੈ, ਕੋਈ ਲੱਤ ਵੱਡੀ ਕਰਨੀ ਪੈਂਦੀ ਹੈ, ਕੋਈ ਦੀ ਲੱਤ ਛੋਟੀ ਕਰਨੀ ਪੈਂਦੀ ਹੈ, ਪਰ ਫਿਰ ਵੀ ਉੱਥੇ ਖੜਾ ਕਰਨਾ ਕਿ ਜਿੱਥੋਂ ਇਹਦੇ ਡਿੱਗਣ ਦੇ ਚਾਂਸ ਘੱਟ ਹੋਣ। ਇਹਨੂੰ ਜਦੋਂ ਵੀ ਕਿਤੇ ਲੈ ਕੇ ਜਾਣਾ, ਇਹ ਨਹੀਂ ਕਰਨਾ ਕਿ ਹੁਣ ਇੱਕ ਪਾਸੇ ਜਿੱਦਾਂ ਕਿ ਸਾਡੀ ਬਿਲਡਿੰਗ ਦੀ ਵਰਕਸ਼ਾਪ ਦਾ ਸਰਵੇ ਕਰਨਾ ਸੀ, ਉਹ ਅਸੀਂ ਕਰਤਾ, ਤੇ ਅੱਗੇ ਟਰੈਕਟਰ ਮਕੈਨਿਕ ਦੀ ਟ੍ਰੇਡ ਦੇ ਜਿਹੜੀ ਉਹ ਹੈਗੀ ਆ ਬਿਲਡਿੰਗ, ਉਹਦਾ ਸਰਵੇ ਕਰਨਾ ਤੇ ਉਹਨੂੰ ਇਦਾਂ ਹੀ ਹੱਥ 'ਚ ਫੜ ਕੇ ਲੈ ਜਾਣਾ। ਨਹੀਂ, ਉਹਨੂੰ ਪਹਿਲੇ ਪ੍ਰੋਪਰ ਤਰੀਕੇ ਨਾਲ ਉੱਥੋਂ ਖੋਲ ਕੇ ਟੋਟਲ ਸਟੇਸ਼ਨ ਨੂੰ ਆਪਣੀ ਉਹਦੇ ਬੈਗ ਦੇ ਵਿੱਚ ਪਾ ਕੇ, ਜਿਹੜੀ ਉਹਦੀ ਟੈਚੀ ਮਿਲੀ ਹੋਈ ਹੈ ਉਹਦੇ ਵਿੱਚ ਪਾ ਕੇ ਫਿਕਸ ਕਰਕੇ ਤੇ ਆਸਾਨੀ ਨਾਲ ਚੁੱਕ ਕੇ ਲੈਣਾ। ਮਤਲਬ ਇਹ ਨਹੀਂ ਕਿ ਟ੍ਰਾਈਪੋਡ ਸਟੈਂਡ ਦੇ ਉੱਤੇ ਹੀ ਰੱਖਿਆ ਚੁੱਕ ਕੇ ਗਾਂ ਲੈ ਜਾਣਾ। ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹਦੀਆਂ ਧਿਆਨ ਰੱਖਣੇ ਹੀ ਪੈਂਦੀਆਂ ਹੈਗੀਆਂ। ਚੌਥੀ ਗੱਲ ਹੈ ਕਿ ਇਹਨੂੰ ਜਦੋਂ ਵੀ ਅਸੀਂ ਫੀਲਡ ਦੇ ਵਿੱਚ ਵਰਕ ਕਰਦੇ ਹਾਂ, ਇਹ ਤੇ ਇਲੈਕਟ੍ਰੋਨਿਕਸ ਚੀਜ਼ ਹੀ ਹੈਗੀ ਆ, ਤੇ ਜਦੋਂ ਅਸੀਂ ਮੋਬਾਈਲ ਲੈ ਕੇ ਜਾਂਦੇ ਹਾਂ ਕਿਤੇ ਕੰਮ ਕਰਨ ਦੇ ਲਈ, ਮਤਲਬ ਮੰਨ ਲਓ ਕਿ ਅਸੀਂ ਸਫ਼ਰ ਕਰਨਾ ਜਾਂ ਕਿਤੇ ਇੱਕ ਦਿਨ ਲਈ ਕਿਤੇ ਜਾਣਾ, ਤਾਂ ਅਸੀਂ ਕੀ ਕਰਦੇ ਹਾਂ, ਉਹਦਾ ਬੈਟਰੀ ਬੈਕਅਪ ਦੇ ਲਈ ਉਹਦਾ ਜਿਹੜਾ ਕੀ ਕਹਿੰਦੇ ਬੈਟਰੀ ਬੈਕਅਪ ਜਿਹੜੀ ਹੁੰਦੀ ਹੈਗੀ ਆ ਉਹ ਨਾਲ ਲੈ ਕੇ ਜਾਂਦੇ ਹਾਂ। ਭਈ ਬੈਟਰੀ ਜੇ ਸਾਡੀ ਰਸਤੇ 'ਚ ਖਤਮ ਹੋ ਜਾਏਗੀ ਤੇ ਉਹਨੂੰ ਕੀ ਆ, ਜਿਹਨੂੰ ਅਸੀਂ ਪਾਵਰ ਬੈਂਕ ਕਹਿੰਦੇ ਹਾਂ, ਨਾ ਪਾਵਰ ਬੈਂਕ ਅਸੀਂ ਨਾਲ ਲੈ ਕੇ ਹੀ ਜਾਂਦੇ ਹਾਂ। ਫਿਰ ਰਸਤੇ ਦੇ ਵਿੱਚ ਅਗਰ ਸਾਡੀ ਮੋਬਾਈਲ ਦੀ ਬੈਟਰੀ ਡੈਡ ਹੋ ਜਾਏਗੀ ਤੇ ਇਹਦੀ ਬੈਟਰੀ ਨਾਲ ਅਸੀਂ ਮੋਬਾਈਲ ਚਾਰਜ ਕਰ ਲਾਂਗੇ। ਉਸੇ ਤਰ੍ਹਾਂ ਇਹਦੀਆਂ ਕੀ ਆ, 2 ਬੈਟਰੀਆਂ ਹੋਣੀਆਂ ਜ਼ਰੂਰੀ ਆ। ਇੱਕ ਬੈਟਰੀ ਦੇ ਜਿਹੜੇ ਕੰਮ ਕਰਦੀ ਹੈ ਤੇ ਦੂਸਰੀ ਬੈਟਰੀ ਜਿਹੜੀ ਆ ਉਹ ਫੁੱਲ ਚਾਰਜ ਹੋ ਕੇ ਜਿਹੜੀ ਅਸੀਂ ਨਾਲ ਲੈਣੀ ਹੈ। ਇਹਦੇ ਜਿਹੜੇ ਕਲੰਪ ਸਕਰੂ ਹੈਗੇ ਆ ਉਹ ਕੀ ਆ, ਪੂਰੇ ਟਾਈਟ ਨਹੀਂ ਕਰਨੇ। ਅਗਰ ਪੂਰੇ ਟਾਈਟ ਕਰਾਂਗੇ ਤੇ ਉਹ ਬਾਅਦ ਚ ਕੀ ਆ, ਫ੍ਰੀ ਹੋ ਜਾਂਦੇ ਆ ਤੇ ਲੈਵਲ ਕਰਨ ਚ ਬੜੀ ਪ੍ਰੋਬਲਮ ਆਉਂਦੀ ਹੈਗੀ ਆ। ਇਹਨੂੰ ਜਦੋਂ ਵੀ ਆਪਾਂ ਟ੍ਰਾਈਪੋਡ ਸਟੈਂਡ ਤੋਂ ਉਤਾਰਨਾ ਹੈਗਾ ਤੇ ਇਹਦੀ ਕੀ ਆ, ਸਾਨੂੰ ਧਿਆਨ ਦੇ ਨਾਲ ਉਤਾਰ ਕੇ ਆਸਾਨ, ਮਤਲਬ ਬਹੁਤਾ ਨਹੀਂ ਪਏ ਜਲਦੀ ਇਹਦੇ ਨਾਲ ਉਤਾਰ ਕੇ ਤੇ ਰੱਖਦਾ, ਇਹਨੂੰ ਆਸਾਨੀ ਨਾਲ ਉਤਾਰ ਕੇ ਤੇ ਆਪਣੇ ਬੈਗ 'ਚ ਰੱਖਣਾ ਹੈਗਾ। ਫਿਰ ਕੀ ਹੈਗਾ, ਇਹਦੇ ਅੱਗੇ ਅਸੀਂ ਪਾਰਟ ਆਫ ਟੋਟਲ ਸਟੇਸ਼ਨ, ਇਹਦੇ ਪਾਰਟਸ ਕੀ ਹੈਗੇ ਆ। ਪਾਰਟ ਦੇ ਵਿੱਚ ਜਿਹੜਾ ਤੁਹਾਨੂੰ ਸਕਰੀਨ ਦੇ ਵਿੱਚ ਸ਼ੋ ਹੁੰਦਾ ਪਿਆ ਇਹ ਚੀਜ਼ਾਂ, ਅਗਰ ਇਹ ਜਿੱਦਾਂ ਕਹਿੰਦਾ ਮੈਂ ਪੇ ਹੈਂਡਲ ਹੈਗਾ, ਇਹ ਸਕਰੂ ਹੈਗੇ ਆ, ਲੈਵਲਿੰਗ ਸਕਰੂ ਹੈਗੇ ਆ, ਇਹ ਸਕਰੀਨ ਹੈਗੀ ਆ, ਤੇ ਮੈਨੂੰ ਲੱਗਦਾ ਕਿ ਇਦਾਂ ਸਮਝ 'ਚ ਨਹੀਂ ਆਏਗਾ। ਇਸ ਕਰਕੇ ਇਹਨੂੰ ਅਸੀਂ ਹੋਰ ਬਰੀਫਲੀ ਸਮਝਾਂਗੇ, ਜਿਹੜੇ ਕਿ ਮੈਂ ਤਿਆਰ ਕੀਤਾ ਹੋਇਆ ਤੁਹਾਡੇ ਲਈ। ਇਹ ਹੈਗਾ ਹੈਂਡਲ, ਇੱਥੋਂ ਤੋਂ ਲੈ ਕੇ ਇੱਥੋਂ ਤੱਕ ਉੱਪਰ ਵਾਲੇ ਪੋਰਸ਼ਨ ਨੂੰ ਕੀ ਕਹਿੰਦੇ ਅਸੀਂ, ਹੈਂਡਲ। ਇਹਦੇ 'ਚ ਇਹ 2 ਸਕਰੂ ਲੱਗੇ ਹੁੰਦੇ ਆ। ਜਦੋਂ ਵੀ ਅਸੀਂ ਕੰਮ ਕਰਨ ਜਾਣਾ ਜਾਂ ਵਾਪਸ ਆਉਣਾ, ਸਾਈਡ ਦੇ ਉੱਤੇ ਸਰਵੇ ਕਰਨ ਲਈ ਜਾਣਾ ਜਾਂ ਵਾਪਸ ਆਵਾਂਗੇ, ਤੇ ਇਹ ਸਕਰੂ ਦਾ ਖਾਸ ਧਿਆਨ ਰੱਖਣਾ ਕਿ ਇਹ ਦੋਨੋਂ ਸਕਰੂ ਜਿਹੜੇ ਆ ਟਾਈਟ ਹੋਣੇ ਚਾਹੀਦੇ ਆ। ਅਗਰ ਲੂਜ਼ ਹੋਣਗੇ ਤੇ ਇਹ ਫ੍ਰੀ ਹੋ ਜਾਏਗਾ ਹੈਂਡਲ, ਤੇ ਇਹ ਹੱਥੋਂ ਡਿੱਗ ਸਕਦਾ ਤੇ ਨੁਕਸਾਨ ਕਰ ਸਕਦਾ। ਇਹ ਹੈਗੀ ਆ ਫੋਕਸਿੰਗ ਟੈਲੀਸਕੋਪ ਫੋਕਸਿੰਗ ਨਬ। ਇਹਦੇ ਨਾਲ ਕੀ ਕਰਦੇ ਅਸੀਂ ਤੇ ਜਦੋਂ ਪ੍ਰਿਜ਼ਮ ਅੱਗੇ ਰੱਖਿਆ ਗਿਆ ਤੇ ਨਹੀਂ ਸਾਫ਼ ਦਿਖਦਾ ਪਿਆ ਤੇ ਇਹਨੂੰ ਅਸੀਂ ਘੁਮਾਵਾਂਗੇ, ਰੋਟੇਟ ਕਰਾਂਗੇ। ਅਗਰ ਘੁੰਮਣ ਦੇ ਨਾਲ ਕੀ ਹੋਏਗਾ ਕਿ ਉਹ ਚੀਜ਼ ਜਿਹੜੀ ਹੈ ਸਾਨੂੰ ਕਲੀਅਰ ਦਿਖੇਗੀ। ਜਿੱਦਾਂ ਦੂਰਬੀਨ ਦੇ ਵਿੱਚ ਘੁਮਾਉਂਦੇ ਅਸੀਂ, ਦੂਰਬੀਨ ਜਦੋਂ ਅਸੀਂ ਘੁਮਾਵਾਂਗੇ ਤੇ ਕੀ ਕਰੇਗੀ, ਉਹ ਫੋਕਸ ਕਰਾਂਗੇ ਉਹਨੂੰ ਤੇ ਕੀ ਉਹ ਸਾਫ਼ ਦਿਖੇਗੀ। ਇਹ ਆਈ ਪੀਸ ਹੈਗਾ ਜਿਹਦੇ ਵਿੱਚੋਂ ਅਸੀਂ ਉਹਨੂੰ ਪ੍ਰਿਜ਼ਮ ਨੂੰ ਦੇਖਦੇ ਹਾਂ। ਇਹਦੇ ਉੱਤੇ ਇੱਕ ਇਹ ਵੀ ਲੱਗਾ ਹੋਇਆ ਆਈ ਪੀਸ ਦੇ ਉੱਤੇ ਸਕਰੂ। ਇਹਨੂੰ ਕੀ ਹੈਗਾ ਕਿ ਇਹਦੇ ਵਿੱਚ ਜਿਹੜੀਆਂ ਲਾਈਨਸ ਹੁੰਦੀਆਂ ਹੈਗੀਆਂ ਉਹ ਡਾਰਕ ਔਰ ਲਾਈਟ ਕਰਨ ਦੇ ਕੰਮ ਆਉਂਦੀਆਂ ਹੈਗੀਆਂ। ਇਹਦੇ ਉੱਤੇ ਜਿਹੜੀ ਇਹ ਚੀਜ਼ ਲੱਗੀ ਹੋਈ ਹੈ, ਇਹਦੇ ਨੂੰ ਅਸੀਂ ਘੁਮਾ ਕੇ ਉਹਨੂੰ ਅਸੀਂ ਡਾਰਕ ਕਰ ਸਕਦੇ ਹਾਂ ਲਾਈਨ ਨੂੰ, ਜਾਂ ਲਾਈਟ ਕਰ ਸਕਦੇ ਹਾਂ।
अगर टोटल स्टेशन ਨੂੰ ਅਸੀਂ ਧਿਆਨ ਨਾਲ ਦੇਖੀਏ ਤੇ ਇੱਕ ਪੋਰਸ਼ਨ ਇਹ ਹੁੰਦਾ ਤੇ ਇੱਕ ਸਾਈਡ ਇਹਦੀ ਇਹ ਹੁੰਦੀ ਹੈ ਲੈਫਟ ਸਾਈਡ ਤੇ ਰਾਈਟ ਸਾਈਡ। ਇੱਕ ਸਾਈਡ ਕੀ ਹੈਗੀ ਹੈ, ਇਸ ਸਾਈਡ ਤੇ ਸਾਡੀ ਬੈਟਰੀ ਜਿਹੜੀ ਆ ਉਹ ਲੱਗਦੀ ਹੈਗੀ ਆ। ਇਹਦੇ ਲੋਕ ਲੱਗਾ ਹੁੰਦਾ, ਇਹਨੂੰ ਅਸੀਂ ਖੋਲਾਂਗੇ ਤੇ ਇੱਥੇ ਬੈਟਰੀ ਫਿਕਸ ਕਰਕੇ ਇਹਨੂੰ ਫਿਰ ਬੰਦ ਕਰ ਦਾਂਗੇ। ਜਿਹੜਾ ਦੂਸਰੀ ਸਾਈਡ ਹੈਗੀ ਹੈ ਇਹਨੂੰ ਅਸੀਂ ਵਰਟੀਕਲ ਸਰਕਲ ਵੀ ਕਹਿੰਦੇ ਆ। और एक ये चीज विच देखदे हो तुसीं कि ये लाइनां लगी हुई हैं ते ये विच सर्कल हैगा। ये जिहड़ी लाइन दा मतलब हैगा ये साडे बड़े काम दी चीज हैगी आ। जदों भी असीं फील्ड दे विच किसे जगह दे उत्ते मेजरमेंट भी करनी आ प्लस सानू लैवल भी चाहिए आ ते फिर की करदे असीं इनू इत्थों मेयरिंग टेप दे नाल ग्राउंड तो लैके इत्थों तक दी मेजरमेंट कर लैंदे आ कि किन्ना आया 1.4 आंदा 1.5 आंदा। उस तरह नाल उहदी प्रिज्म दी हाइट जिहड़ी उपर थल्ले करके ते फिर असीं जिहड़ी भी मेजरमेंट लवांगे उहदे नाल उहदी लैवल भी उहदे शो होणगे। ये जिहड़े क्लंप दिखदे पे आ ये एक क्लंप नहीं हुंदा, इहदे विच इहदे दो क्लंप लगे हुंदे हैगे। मतलब एक जिहड़ा पहला बड़ा क्लंप लग्या होया इनू असीं वर्टिकल क्लंप स्क्रू कहने आ ते जिहड़ा ये छोटा पोर्शन हैगा इनू वर्टिकल टेंजेंट स्क्रू कहने आ। जिहड़ा ये वर्टिकल क्लंप स्क्रू हैगा ये जिहड़ा पोर्शन तुसीं देखदे पिओ ये की है उपर और थल्ले पूरा घुम जांदा वर्टिकल साइड ते। मान लो कि असीं की ही कि 2.5 मीटर हाइट दे उत्ते इनू सीधा खड़ा करना ही। प्रिज्म मतलब साडा 2.5 ते आ ते असीं खड़ा करना ही उहदी साइड सामने करना ही 2.5 ते होया कि 2.4 ते जाके ये रुक गया। फिर की कीता असीं इनू क्लंप नू असीं टाइट कर देना। इदां ते हत्थ नाल घुमावांगे ते 2.5 ते घुम जाएगा पर 5 दी बजाय इहने 2.45 ते जाके रुक जांदा जां फिर 2.55 ते जाके रुक जाएगा। ते की करांगे असीं इस क्लंप नू फिर टाइट कर दांगे ते हौली हौली ये टेंजेंट स्क्रू नू घुमावांगे जिस वेले ते ये अपनी एग्जैक्ट पोजीशन से 2.5 मीटर ते ही जाके रोक सकदे आ। इहदा ये काम हुंदा है फंक्शन की है। सैकंड असीं देखिया जावे ते एक तुहानूं दस्सिया ये स्क्रू जिहड़े वर्टिकल एक होरिजेंटली स्क्रू भी हुंदे हैगे। इहदे च भी दो ही पार्ट है, एक ये पार्ट हैगा जिहड़ा कि होरिजेंटल क्लंप स्क्रू कहने आ ते इहदा होरिजेंटल टेंजेंट स्क्रू कहने आ। इहदा भी यही फंक्शन हुंदा कि ये जिहड़ा पूरा टोटल स्टेशन हैगा घुमदा हैगा। मान लो कि ये 0 डिग्री ते खड़ा कीता सैट किया होया ते इनू असीं 90 डिग्री ते घुमाना। 90 डिग्री ते घुमावांगे ते आसानी नाल असीं इधर नूं इनू घुमा सकदे हां। चाहे 180 डिग्री ते घुमाना ते आसानी नाल घुमा सकदे हां पर 180 डिग्री ते रोकण दी बजाय ये साडे कोलों रुक जांदा 178 डिग्री ते जां 170 डिग्री ते फिर की करांगे असीं इस क्लंप नूं असीं टाइट कर दांगे। इस क्लंप नूं जिहड़ा होरिजेंटल क्लंप स्क्रू है इनू टाइट कर दांगे तो फिर ये काम की करदा ये हौली हौली मूव करदा इनू। जिस वेले इस क्लंप नूं असीं टेंजेंट स्क्रू नूं घुमावांगे ते ये की करेगा हौली हौली मूव करेगा तो 180 डिग्री ते जिहड़ा वो इनू लिया के सैट कर देगा। ये जिहड़ी चीज हैगी आ इनू कहने असीं ऑब्जेक्टिव लेंस। ऑब्जेक्टिव लेंस दा काम की हुंदा कि किसी भी चीज नूं जिसे असीं ऑब्जेक्ट करदे आं अगे ते वो लेजर जाके उत्थे आके फिर वापस जिहड़ा ट्रांसमिट होके इहदे ऑब्जेक्ट दे उत्ते जिहड़ी आ वो लेजर जिहड़ी आ वो वापस इहदे ते आंदी है ते की है रीडिंग जिहड़ी साडी स्क्रीन ते शो हुंदी है। इहदी ये वो दस्सिया होया इहदा भई डाया जिहड़ा हैगा वो 45 mm तो 50 mm तक दा डाया हुंदा हैगा। अगर असीं टोटल स्टेशन दे ये थल्ले वाले पोर्शन की गल करिए तो इस वाले पोर्शन नूं जिहड़ा थल्ले प्लेट लगी हुई है इनू असीं कहने आ बेस प्लेट। अगर ये उपर वाले पोर्शन की इन्ने की गल करिए तो इनू कहने असीं सर्कुलर लैवल। अगर असीं इस पूरे पोर्शन की गल करिए पार्ट दे विच इस इन्ने पोर्शन की पूरे की गल करिए तो इनू लैवलिंग हैड कहने आ। इहदे विच टोटल स्टेशन च दो बबल लगे हुंदे आ, एक इत्थे बबल हुंदा एक ये बबल हुंदा। ये दोनों ही लैवल च होने चाहिए जदों भी असीं
ਸਰਵੇ ਵਰਕ ਕਰਨਾ ਤੇ ਇਹ ਦੋਨੋਂ ਹੀ ਲੈਵਲ ਦੇ ਵਿੱਚ ਹੀ ਬਬਲ ਹੋਣੇ ਚਾਹੀਦੇ ਆ। ਇਹ ਬਾਰ-ਬਾਰ ਅਸੀਂ ਚੈੱਕ ਵੀ ਕਰਦੇ ਰਹਿੰਦੇ ਆ ਕਿ ਇਹ ਲੈਵਲ 'ਚ ਨਾ ਕਿਤੇ ਡਿਸਟਰਬ ਤੇ ਨਹੀਂ ਹੋ ਗਏ। ਇਹ ਜਿਹੜੀਆਂ ਹੈਗੀਆਂ ਇਹਦੀਆਂ ਡਿਸਪਲੇ ਹੈਗੀਆਂ ਦੋਨਾਂ ਸਾਈਡਾਂ ਤੇ ਡਿਸਪਲੇ ਯੂਨਿਟ ਜਿਹੜੀ ਆ ਉਹ ਲੱਗੇ ਹੁੰਦੇ ਹੈਗੇ। ਇਹ ਨਹੀਂ ਕਿ ਸਾਨੂੰ ਘੁੰਮਣ ਦੀ ਲੋੜ ਨਹੀਂ ਪੈਂਦੀ, ਇਹਨੂੰ ਹੀ ਘੁਮਾ ਕੇ ਅਸੀਂ ਅਗਰ ਇੱਧਰ ਹੈ ਖੜੇ ਆ ਤੇ ਉੱਧਰ ਦੇਖ ਸਕਦੇ ਹਾਂ ਤੇ ਇੱਧਰ ਵੀ ਹੈ। ਦੋਨਾਂ ਦੇ ਵਿੱਚ ਸੇਮ ਰੀਡਿੰਗ ਸੇਮ ਵਰਕ ਹੁੰਦਾ ਹੈਗਾ। ਬਾਕੀ ਇਹ ਜਿਹੜੇ ਦੱਸਿਆ ਹੋਇਆ ਇਹ ਬਟਨ ਵਗੈਰਾ, ਇਹ ਕੀਜ਼ ਵਗੈਰਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੀਜ਼ ਮੋਬਾਈਲ 'ਚ ਵੀ ਹੁੰਦੀਆਂ ਤੇ ਇਹਦੇ ਵਿੱਚ ਵੀ ਯੂਜ਼ ਹੁੰਦੀਆਂ। ਇਹ ਹੈਗੇ ਲੈਵਲਿੰਗ ਸਕਰੂ, 1 2 ਤੇ 1 ਬੈਕ ਸਾਈਡ ਤੇ 3 ਲੈਵਲਿੰਗ ਸਕਰੂ ਹੁੰਦੇ ਹੈਗੇ ਆ। ਇਹਦੇ ਨਾਲ ਕੀ ਕਰਦੇ ਆ ਅਸੀਂ ਇੰਸਟਰੂਮੈਂਟ ਨੂੰ ਲੈਵਲ ਕਰਦੇ ਆ। ਇਹ ਕੁਝ ਕੀਜ਼ ਦੱਸੀਆਂ ਹੋਈਆਂ, ਇਹਨੂੰ ਇਹ ਹੈਗੀ ਪਾਵਰ ਕੀ। ਪਾਵਰ ਕੀ ਦੀ ਹਮੇਸ਼ਾ ਤੁਸੀਂ ਅਗਰ ਚੈੱਕ ਕਰੋਗੇ ਤਾਂ ਸਾਡੇ ਮੋਬਾਈਲਾਂ ਦੇ ਵਿੱਚ ਵੀ ਇਦਾਂ ਦਾ ਹੀ ਸਾਈਨ ਹੁੰਦਾ ਹੈਗਾ ਪਾਵਰ ਕੀ ਦਾ। ਸਟਾਰ ਕੀ ਦਾ ਕੀ ਹੁੰਦਾ ਹੈਗਾ ਪਾਵਰ ਕੀ ਨਾਲ ਕੀ ਹੁੰਦਾ ਕਿ ਇਹਨੂੰ ਸਵਿਚ ਆਫ ਕੀਤਾ ਜਾ ਸਕਦਾ, ਔਨ ਕਰਦੇ ਆ ਔਨ ਕੀਤਾ ਜਾ ਸਕਦਾ ਸਕਰੀਨ ਨੂੰ। ਸਟਾਰ ਕੀ ਦਾ ਕੀ ਮਤਲਬ ਹੈਗਾ ਕਿ ਜਦੋਂ ਅਸੀਂ ਇਹਨੂੰ ਔਨ ਕਰਾਂਗੇ ਸਟਾਰ ਕੀ ਨੂੰ ਤੇ ਜਿਹੜੀ ਲੇਜ਼ਰ ਹੈਗੀ ਆ ਸਿੱਧੀ ਜ਼ਮੀਨ ਤੇ ਚਲ ਜਾਂਦੀ ਹੈ, ਜਿਹੜੇ ਕਿ ਜਿਹਦੇ ਨਾਲ ਅਸੀਂ ਇਹਨੂੰ ਆਸਾਨੀ ਨਾਲ ਸੈੱਟ ਕਰ ਸਕਦੇ ਹਾਂ ਕਿਸੇ ਵੀ ਪੁਆਇੰਟ ਦੇ ਉੱਤੇ। ਬਾਕੀ ਇਹ ਸਾਰੀਆਂ ਜਿਹੜੀਆਂ ਕੀਜ਼ ਹੈਗੀਆਂ ਉਹ ਸੈਕੰਡ ਪਾਰਟ ਦੇ ਵਿੱਚ ਅਸੀਂ ਡਿਸਕਸ਼ਨ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਟਾਈਮ ਥੋੜਾ ਤੇ ਇਹਦਾ ਜਿਹੜਾ ਟੋਟਲ ਸਟੇਸ਼ਨ ਦਾ ਜਿਹੜਾ ਟੌਪਿਕ ਆ ਉਹ ਕਾਫੀ ਵੱਡਾ ਸੀਗਾ। ਸਾਡੇ ਕੋਲ 2 ਵੀਕ ਦਾ ਟੌਪਿਕ ਹੁੰਦਾ ਸਾਡੇ ਕੋਲੇ, ਪਰ ਇਹਦੇ ਜਿਹੜਾ ਬੇਸਿਕ ਨੌਲੇਜ 'ਚ ਹੀ ਸਾਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਇਹ ਸੀਗੀਆਂ ਕੀਜ਼ ਵਗੈਰਾ ਹੋ ਗਈਆਂ। ਹੁਣ ਇਹਦੇ ਬਾਅਦ ਕੀ ਹੈਗਾ ਕਿ ਜੇਕਰ ਕੱਲਾ ਟੋਟਲ ਸਟੇਸ਼ਨ ਜਿਹੜਾ ਉਹ ਕੰਮ ਤੇ ਨਹੀਂ ਨਾ ਕਰਦਾ, ਉਹਦੇ ਨਾਲ ਕੀ ਆ ਉਹਦੇ ਪਾਰਟਸ ਅਸੈਸਰੀ ਹੋਣਾ ਵੀ ਜ਼ਰੂਰੀ ਹੈ। ਜਿੱਦਾਂ ਕਿ ਇਹਦੇ ਨਾਲ ਵਰਕ ਕਰਨ ਦੇ ਲਈ ਸਾਨੂੰ ਇਹ ਟਰਾਈਪੋਡ ਸਟੈਂਡ ਹੈਗਾ। ਇਹਦੀ ਫਿਗਰ ਜਿਹੜੀ ਹੈ ਟਰਾਈਪੋਡ ਸਟੈਂਡ ਹੈ ਜਿਹਦੇ ਉੱਤੇ ਟੋਟਲ ਸਟੇਸ਼ਨ ਨੂੰ ਅਸੀਂ ਸੈੱਟ ਕਰਦੇ ਹਾਂ। ਇਹ ਟਰਾਈਪੋਡ ਸਟੈਂਡ ਜਿਹੜਾ ਇਹ ਸਿੰਗਲ, ਇਹ ਹਾਈਟ ਵੀ ਇਹ ਜਿਹੜਾ ਦੇਖਦੇ ਪਿਓ ਨਾ ਸਕਰੂ ਕਲੰਪ ਜਿਹੜੇ ਲੱਗੇ ਹੋਏ ਇਹਨੂੰ ਖੋਲ ਕੇ ਤੇ ਇਹਦੀ ਹਾਈਟ ਨੂੰ ਲੰਬਾ ਕੀਤਾ ਜਾ ਸਕਦਾ, ਪਰ ਹਮੇਸ਼ਾ ਯਾਦ ਰੱਖਣਾ ਕਿ ਇਹਨੂੰ ਉਸੇ ਹੀ ਲੈਵਲ ਤੇ ਖੋਲਣਾ ਕਿ ਸਾਡਾ ਅੱਖ ਦਾ ਜਿਹੜੀ ਨਜ਼ਰ ਆ ਤੇ ਔਰ ਆਈ ਪੀਸ ਜਿਹੜਾ ਹੀ ਟੋਟਲ ਸਟੇਸ਼ਨ ਦਾ ਉਹ ਬਰਾਬਰ ਹੋਵੇ, ਉਸ ਤੋਂ ਉੱਪਰ ਜਾਂ ਨੀਵਾਂ ਨਾ ਹੋਵੇ। ਅਗਰ ਨੀਵਾਂ ਹੋਏਗਾ ਤਾਂ ਸਾਨੂੰ ਹਮੇਸ਼ਾ ਨੀਵਾਂ ਹੋ ਕੇ ਰੀਡਿੰਗ ਲੈਣੀ ਪਏਗੀ। ਅਗਰ ਉੱਚਾ ਹੋ ਗਿਆ ਤੇ ਫਿਰ ਕੀ ਆ ਸਾਨੂੰ ਅੱਡੀਆਂ ਚੁੱਕ ਚੁੱਕ ਕੇ ਜਿਹਨੂੰ ਕਹਿੰਦੇ ਕਿ ਦੇਖਣੇ ਪਏਗਾ, ਉਹ ਵੀ ਗਲਤ ਹੋ ਜਾਏਗਾ। ਇਸ ਕਰਕੇ ਇਹਨੂੰ 19 ਹੀ ਹਾਈਟ ਦਾ ਖੋਲਣਾ ਹੈਗਾ ਜੀ ਅਸੀਂ। ਇਹ ਹੈਗਾ ਪ੍ਰਿਜ਼ਮ। ਇਸ ਪਿਕਚਰ ਨੂੰ ਅਸੀਂ ਕੀ ਕਹਿੰਦੇ ਆ ਪ੍ਰਿਜ਼ਮ। ਉਹ ਇਦਾਂ ਦੀ ਸ਼ਕਲ ਦਾ ਹੁੰਦਾ ਤੇ ਜਿਹੜਾ ਉਹਦੇ ਥੱਲੇ ਰੋਡ ਲੱਗੀ ਹੁੰਦੀ ਹੈਗੀ ਪੋਲ, ਇਹ ਪ੍ਰਿਜ਼ਮ ਪੋਲ ਹੁੰਦਾ ਹੈਗਾ। ਜਦੋਂ ਇਹਨੂੰ ਅਸੀਂ ਦੋਨਾਂ ਨੂੰ ਸੈੱਟ ਕਰ ਦਿੰਦੇ ਆ ਤੇ ਇਹ ਰੈਡੀ ਫਾਰ ਵਰਕ ਆ। ਪ੍ਰਿਜ਼ਮ ਜਿਹੜਾ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ। ਇਹਦੇ ਉੱਤੇ ਵੀ ਇੱਕ ਲੈਵਲ ਲੱਗਾ ਹੁੰਦਾ, ਜਿੱਦਾਂ ਇੰਸਟਰੂਮੈਂਟ ਨੂੰ ਲੈਵਲ ਕਰਦੇ ਆ ਇਸੇ ਤਰ੍ਹਾਂ ਇਹਨੂੰ ਵੀ ਸਾਨੂੰ ਲੈਵਲ ਕਰਨੇ ਪੈਂਦਾ। ਇਹ ਜਿਹੜੀਆਂ 2 ਲੈਗਸ ਦਿਖਦੀਆਂ ਪਈਆਂ ਇਹਦੀਆਂ, ਇਹ ਇਹਦੀਆਂ ਹੈਗੀਆਂ ਪ੍ਰਿਜ਼ਮ ਦਾ ਸਟੈਂਡ। ਇਹ ਵੀ ਨਾਲ ਹੋਣਾ ਬੜਾ ਜ਼ਰੂਰੀ ਆ, ਕਿਉਂਕਿ ਹਰ ਵਾਰ ਇੱਕ ਆਦਮੀ ਜਿਹੜਾ ਉਹ ਫੜ ਕੇ ਖੜਾ ਰਹੇਗਾ ਤੇ ਉਹਨੂੰ ਕਿੰਨਾ ਕੁ ਲੈਵਲ ਕਰ ਸਕਦਾ, ਹਿਲਦਾ ਜੁਲਦਾ ਰਹੇਗਾ। ਇਸ ਕਰਕੇ ਅਗਰ ਸਟੈਂਡ ਹੋਏਗਾ ਨਾਲ ਤੇ ਅਸੀਂ ਦੇ ਨਾਲ ਇੱਕ ਜਗ੍ਹਾ ਤੇ ਖੜਾ ਕੀਤਾ ਜਾ ਸਕਦਾ ਇਹਨੂੰ ਲੈਵਲ ਦੇ ਵਿੱਚ। ਔਰ ਇਹਦੇ ਬਾਅਦ ਇਹਦੀ ਅਸੈਸਰੀ ਕੀ ਹੈਗਾ ਬੈਟਰੀ। ਤੁਹਾਨੂੰ ਕਿਹਾ ਕਿ ਐਕਸਟਰਾ ਬੈਟਰੀ ਜਿਹੜੀ ਆ ਉਹ ਨਾਲ ਹੋਣੀ ਬੜੀ ਜ਼ਰੂਰੀ ਆ, ਤੇ ਇਹ ਬੈਟਰੀ ਜਿਹੜੀ ਆ ਇਹਦੇ ਨਾਲ ਅਸੀਂ ਲੈ ਕੇ ਜਾਣੀ ਆ ਆਪਣੇ ਬਾਕਸ ਦੇ ਵਿੱਚ। ਇਹ ਨਹੀਂ ਕਿ ਜਦੋਂ ਕੰਮ ਕਰਨਗੇ ਜਿੱਦਾਂ ਦਾ ਬਾਕਸ ਹੈਗਾ ਚੁੱਕ ਕੇ ਲੈ ਗਏ। ਜਿੱਦਾਂ ਅਸੀਂ ਕਾਲਜ ਜਾਂ ਸਕੂਲ ਪੜ੍ਹਨ ਜਾਂਦੇ ਆ, ਜਿੱਦਾਂ ਸਟੂਡੈਂਟ ਆਉਂਦੇ ਆ, ਤੇ ਉਹਨਾਂ ਕੋਲ ਕੀ ਹੋਣਾ ਚਾਹੀਦਾ, ਆਪਣੀ ਕਾਪੀ ਵੀ ਹੋਣੀ ਚਾਹੀਦੀ ਆ, ਪੈਨਸਲ ਵੀ ਹੋਣੀ ਚਾਹੀਦੀ ਆ, ਪੈਨ ਵੀ ਹੋਣਾ ਚਾਹੀਦਾ, ਜਿਮੈਟਰੀ ਬਾਕਸ, ਹੋਰ ਮਤਲਬ ਸਾਰਾ ਸਮਾਨ ਜਿਹੜਾ ਉਹ ਨਾਲ ਲੈ ਕੇ ਜਾਣਾ। ਇਸੇ ਤਰ੍ਹਾਂ ਜਦੋਂ ਅਸੀਂ ਟੋਟਲ ਸਟੇਸ਼ਨ ਦੇ ਨਾਲ ਸਾਈਟ ਦੇ ਉੱਤੇ ਵਰਕ ਕਰਨ ਜਾਣਾ, ਸਰਵੇ ਕਰਨ ਜਾਣਾ ਫੀਲਡ ਦੇ ਵਿੱਚ, ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਪਹਿਲੇ ਆਪਣੇ ਬਾਕਸ ਤੇ ਚੈੱਕ ਕਰ ਲੈਣੀਆਂ ਤੇ ਬੈਟਰੀ ਹੈਗੀ ਆ ਉਹਦੇ 'ਚ ਕਿ ਨਹੀਂ ਹੈਗੀ, ਬੈਟਰੀ ਚਾਰਜਰ ਹੈਗਾ ਕਿ ਨਹੀਂ ਹੈਗਾ, ਪੈਨ ਡਰਾਈਵ ਵੀ ਹੋਣੀ ਬੜੀ ਜ਼ਰੂਰੀ ਹੈ, ਔਰ ਡਾਟਾ ਕੇਬਲ ਵੀ ਜਿਹੜਾ ਉਹ ਜ਼ਰੂਰੀ ਹੈ। ਪੈਨ ਡਰਾਈਵ ਹੋਏਗੀ ਤਾਂ ਵੀ ਵਧੀਆ ਰਹੇਗਾ। ਜੇਕਰ ਮੈਮਰੀ ਕਾਰਡ, ਆਮ ਮੋਸਟਲੀ ਸਾਰਿਆਂ ਟੋਟਲ ਸਟੇਸ਼ਨਾਂ 'ਚ ਕੀ ਹੈ ਮੈਮਰੀ ਕਾਰਡ ਵੀ ਯੂਜ਼ ਹੁੰਦਾ ਹੈਗਾ,
ਉਹਦੀ ਮੈਮਰੀ ਨੂੰ ਐਕਸਟੈਂਡ ਕਰਨ ਦੇ ਲਈ, ਤੇ ਉਹ ਵੀ ਜਿਹੜਾ ਉਹ ਨਾਲ ਹੋਣਾ ਜ਼ਰੂਰੀ ਹੈਗਾ। ਅੱਗੇ ਕੀ ਹੈਗਾ ਕਿ ਸੈਟਿੰਗ ਆਫ ਟੋਟਲ ਸਟੇਸ਼ਨ। ਅਗਰ ਸਾਨੂੰ ਇਹ ਸਾਰਾ ਪਤਾ ਲੱਗ ਗਿਆ ਕਿ ਟੋਟਲ ਸਟੇਸ਼ਨ ਹੈ ਕੀ ਚੀਜ਼ ਸੀਗੀ, ਉਹਦੀਆਂ ਕਿਸਮਾਂ ਕੀ ਸੀਗੀਆਂ, ਉਹਦੇ ਪਾਰਟ ਕੀ ਆ, ਕੋਈ ਵੀ ਕੰਮ ਕਰਨਾ, ਅਗਰ ਕੋਈ ਮਸ਼ੀਨਰੀ ਬਾਰੇ ਸਾਨੂੰ ਜਾਣਕਾਰੀ ਹੋਏਗੀ ਤੇ ਤਾਂ ਹੀ ਅੱਗੇ ਅਸੀਂ ਉਹਨੂੰ ਕੰਮ ਕਰਾਂਗੇ। ਉਹਦਾ ਇਹ ਤਾਂ ਨਹੀਂ ਹੈਗਾ ਕਿ ਮੋਬਾਈਲ ਲੈ ਲਿਆ ਤੇ ਉਹਦੇ ਸਾਨੂੰ ਫੀਚਰ ਪਤਾ ਨਹੀਂ, ਜੇਬ 'ਚ ਪਾਏ ਰੱਖਾਂਗੇ ਤੇ ਜੇ ਕਿਸੇ ਨੇ ਪੁੱਛ ਲਿਆ ਵੀ ਹਾਂ ਵੀ ਇਹਨੂੰ ਕੀ ਕਹਿੰਦੇ ਆ ਤੇ ਉਹ ਨਹੀਂ ਪਤਾ ਹੈਗਾ ਤੇ ਫਿਰ ਵੀ ਚੰਗਾ ਨਹੀਂ ਲੱਗਦਾ। ਇਸ ਕਰਕੇ ਸਾਨੂੰ ਉਹਦੇ ਪਾਰਟਸ ਬਾਰੇ, ਉਹਦੇ ਬਾਰੇ ਸਾਰਾ ਨੌਲੇਜ ਹੋਣਾ ਚਾਹੀਦਾ ਇੰਸਟਰੂਮੈਂਟ ਬਾਰੇ। ਅੱਗੇ ਕੀ ਹੈਗਾ ਕਿ ਸੈਟਿੰਗ ਆਫ ਟੋਟਲ ਸਟੇਸ਼ਨ। ਇਹਦੀ ਸੈਟਿੰਗ ਕਿੱਦਾਂ ਕੀਤੀ ਜਾਂਦੀ ਆ? ਉਹ 'ਚ ਕੀ ਹੈ ਕਿ ਇਹ ਟ੍ਰਾਈਪੋਡ ਸਟੈਂਡ ਦੇ ਉੱਤੇ ਇੱਕ ਟੋਟਲ ਸਟੇਸ਼ਨ ਨੂੰ ਸਟੈਂਡ ਕਰਦਾ ਪਿਆ, ਔਰ ਆਦਮੀਆਂ ਦੇਖੋ ਕਿ ਇਹ ਜਿਹੜਾ ਆਈਸ ਹੈ, ਆਈ ਪੀਸ ਔਰ ਇਹਦਾ ਅੱਖ ਦਾ ਜਿਹੜਾ ਲੈਵਲ ਆ ਉਹ ਬਰਾਬਰ ਹੋਣਾ ਚਾਹੀਦਾ। ਸਭ ਤੋਂ ਪਹਿਲੇ ਜਿਹੜਾ ਟ੍ਰਾਈਪੋਡ ਸਟੈਂਡ ਖੋਲਣਾ, ਉਹਨੂੰ ਉਸੇ ਲੈਵਲ ਤੇ ਖੋਲ ਕੇ ਤੇ ਇਹ ਜਿਹੜਾ ਕਲੰਪ ਹੈਗਾ ਜਾਂ ਸਕਰੂ ਹੁੰਦੇ ਹੈਗੇ ਕਲੰਪ, ਉਹਨੂੰ ਟਾਈਟ ਕਰ ਦੇਣਾ ਹੈ। ਉਹਦੇ ਬਾਅਦ ਇਹਦੇ ਵਿੱਚ ਜਿਹੜਾ ਉੱਪਰ ਜਿਹੜਾ ਟੋਟਲ ਸਟੇਸ਼ਨ ਹੈ ਟ੍ਰਾਈਪੋਡ ਸਟੈਂਡ ਦੇ ਉੱਤੇ ਰੱਖ ਦੇਣਾ ਹੈਗਾ। ਤੇ ਫੋਰਥ ਇਮੇਜ ਦੇ ਵਿੱਚ ਕੀ ਹੈਗਾ ਕਿ ਜਿਹੜਾ ਸਕਰੂ ਹੈਗਾ ਉਹਦਾ ਬੇਸ ਪਲੇਟ ਦਾ, ਉਹਦੇ ਨਾਲ ਇਹਨੂੰ ਕਲੰਪ ਨੂੰ ਕੀ ਹੈ ਟਾਈਟ ਕਰ ਦੇਣਾ ਤੇ ਇੰਸਟਰੂਮੈਂਟ ਹਿੱਲੇ ਨਾ। ਅਗਰ ਹਿਲਦਾ ਰਹੇਗਾ ਤੇ ਉਹ ਲੈਵਲ 'ਚ ਨਹੀਂ ਰਹੇਗਾ ਤੇ ਸਾਡੇ ਜਿਹੜਾ ਮੇਅਰਮੈਂਟ ਆ ਉਹ ਸਹੀ ਨਹੀਂ ਆਏਗੀ। ਜਦੋਂ ਵੀ ਟ੍ਰਾਈਪੋਡ ਸਟੈਂਡ ਕਿਤੇ ਲਾਣਾ, ਉਹਦੇ ਬਾਅਦ ਉਹਨੂੰ ਜ਼ਮੀਨ ਦੇ ਵਿੱਚ ਮਾੜਾ ਜਿਹਾ ਪੈਰ ਰੱਖ ਕੇ ਤੇ ਦਬਾ ਜ਼ਰੂਰ ਲੈਣਾ, ਤੇ ਮਾੜਾ ਜਿਹਾ ਉਹਦੇ ਨਾਲ ਕੋਈ ਟੱਚ ਕਰੇ ਤੇ ਹਿੱਲੇ ਨਾ, ਥੋੜੀ ਜਿਹੀ ਹਵਾ ਜੇ ਤੇ ਹਿੱਲੇ ਨਾ, ਉੱਥੇ ਹੀ ਸਟੈਂਡ ਰਵੇ ਜਿੱਦਾਂ ਕਿ ਇਹ ਪਿਕਚਰ ਨੰਬਰ 5 ਦੇ ਵਿੱਚ ਦੱਸਿਆ ਹੋਇਆ। ਤੁਹਾਨੂੰ ਪਹਿਲੇ ਦੱਸਿਆ ਕਿ ਇਹਦੇ ਵਿੱਚ ਦੋ ਬਬਲਸ ਹੁੰਦੇ ਹੈਗੇ ਆ, ਬਬਲ ਟਿਊਬਸ ਦੋ ਹੁੰਦੀਆਂ ਹੈਗੀਆਂ। ਅਗਰ ਇਹ ਸੈਂਟਰ ਦੇ ਵਿੱਚ ਆਏਗੀ ਤਾਂ ਹੀ ਸਾਡਾ ਕੀ ਹੈ ਟੋਟਲ ਸਟੇਸ਼ਨ ਲੈਵਲ 'ਚ ਹੋਏਗਾ। ਅਗਰ ਇਹ ਸੈਂਟਰ 'ਚ ਨਹੀਂ ਹੈ, ਇੱਧਰ ਹੈਗਾ, ਉੱਪਰ ਹੈਗਾ, ਨੀਵਾਂ ਹੈਗਾ, ਤੇ ਕੀ ਕਰਨਾ ਕਿ ਥੋੜਾ ਜਿਹਾ ਟ੍ਰਾਈਪੋਡ ਸਟੈਂਡ ਨੂੰ ਢਿੱਲਾ ਕਰਕੇ ਉੱਪਰ ਥੱਲੇ ਕਰਕੇ ਇਹਨੂੰ ਲੈਵਲ 'ਚ ਲੈ ਆਣਾ। ਅਗਰ ਕਹਿੰਦੇ 19-21 ਦਾ ਫਰਕ ਹੋਵੇ, ਸਕਰੂ ਦੇ ਨਾਲ ਜਿਹੜੇ ਹੈਗੇ ਲੈਵਲਿੰਗ ਸਕਰੂ ਨੂੰ ਸਕਰੋਲ ਕਰਕੇ ਘੁਮਾ ਕੇ ਇਹਨੂੰ ਲੈਵਲ 'ਚ ਕੀਤਾ ਜਾ ਸਕਦਾ। ਇਹ ਜਿਹੜਾ ਬਬਲਸ ਉੱਪਰ ਵਾਲਾ ਹੈਗਾ, ਬਬਲ ਟਿਊਬ ਜਿਹੜੀ ਉੱਤੇ ਵਾਲੀ ਹੈਗੀ ਆ, ਇਹਨੂੰ ਅਸੀਂ ਸਕਰੂ ਦੇ ਨਾਲ, ਜਿਹੜੇ ਲੈਵਲਿੰਗ ਸਕਰੂ ਦੇ ਨਾਲ ਆ ਇਹ ਸ਼ੋ ਕੀਤੇ ਹੋਏ ਜਿੱਦਾਂ A ਔਰ B, ਇਹਨਾਂ ਨੂੰ ਘੁਮਾ ਕੇ ਇਹਨੂੰ ਲੈਵਲ 'ਚ ਕਰਨਾ। ਤੇ ਕੀ ਕਰਨਾ ਫਿਰ ਇਹਨੂੰ ਚਾਰੇ ਪਾਸੇ ਘੁਮਾ ਲੈਣਾ ਹੈਗਾ। ਪਹਿਲੇ ਅਗਰ 0 ਡਿਗਰੀ ਤੇ ਆ, ਫਿਰ ਅੱਗੇ 90 ਡਿਗਰੀ ਤੇ ਲੱਗ ਜਾਣਾ, ਫਿਰ ਚਾਰੇ ਦਿਸ਼ਾਵਾਂ 'ਚ ਇੱਕ ਵਾਰੀ ਘੁਮਾ ਕੇ ਇਹਨੂੰ ਦੇਖ ਲੈਣਾ ਕਿ ਚਾਰੇ ਦਿਸ਼ਾਵਾਂ 'ਚ ਘੁੰਮਣ ਦੇ ਬਾਅਦ ਇਹ ਇੰਸਟਰੂਮੈਂਟ ਬਬਲਸ ਜਿਹੜੇ ਆ ਸੈਂਟਰ 'ਚ ਰਹਿੰਦੇ ਆ, ਲੈਵਲ 'ਚ ਰਹਿੰਦੇ ਆ ਕਿ ਨਹੀਂ ਰਹਿੰਦੇ ਆ। ਅਗਰ ਨਹੀਂ ਰਹਿੰਦੇ ਤੇ ਫਿਰ ਇਹ ਸਕਰੂ ਦੀ ਹੈਲਪ ਦੇ ਨਾਲ ਇਹਨੂੰ ਲੈਵਲ 'ਚ ਹੀ ਕਰ ਲੈਣਾ ਜੀ। ਇਹ ਉਹ ਘੁਮਾਉਣ ਦਾ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ, ਤੇ ਇਹਨੂੰ ਚਾਰੇ ਦਿਸ਼ਾਵਾਂ 'ਚ ਘੁਮਾ ਕੇ ਸੈੱਟ ਕਰਕੇ ਦੇਖ ਲੈਣਾ ਵੀ ਲੈਵਲ 'ਚ ਹੈ ਕਿ ਨਹੀਂ ਹੈਗਾ। ਜਦੋਂ ਇਹ ਲੈਵਲ ਦੇ ਵਿੱਚ ਆ ਜਾਏਗਾ ਤੇ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਇਮੇਜ ਦਿਖਾਈ ਦੇਗੀ ਬਬਲ ਟਿਊਬ ਦੀ, ਤੇ ਉਹ ਬਿਲਕੁਲ ਸੈਂਟਰ ਦੇ ਵਿੱਚ ਬਬਲ ਦਿਖੇਗਾ। ਬਸ ਇੰਨਾ ਕੀ ਟੌਪਿਕ ਸੀਗਾ ਸਾਡਾ। ਮੇਰੇ ਖਿਆਲ ਟਾਈਮ ਵੀ ਸੇਮ, ਮੇਰੇ ਖਿਆਲ 'ਚ ਜ਼ਿਆਦਾ ਨਹੀਂ ਲੱਗਾ ਅਸੀਂ ਲਾਇਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸੀਗਾ ਸਾਡਾ ਬੇਸਿਕ ਨੌਲੇਜ ਆਫ ਟੋਟਲ ਸਟੇਸ਼ਨ। ਇਹਨੂੰ ਅਗਰ ਮੈਂ ਥੋੜਾ ਜਿਹਾ ਤੁਹਾਨੂੰ 1 ਮਿੰਟ ਦੇ ਵਿੱਚ, ਜ਼ਿਆਦਾ ਮਿੰਟ ਨਾ ਲੈਂਦਾ ਹੋਇਆ, ਵੱਧ ਤੋਂ ਵੱਧ 1 ਮਿੰਟ ਦੇ ਵਿੱਚ ਹੀ ਤੁਹਾਨੂੰ ਰਿਵਾਈਜ਼ ਕਰ ਦਾਂਗਾ। ਕਈ ਇੰਟਰੋਡਕਸ਼ਨ ਅਸੀਂ ਕੀਤੀ ਸੀਗੀ, ਇਹਦੀਆਂ ਟਾਈਪਸ ਕੀਤੀਆਂ। ਅੱਜ ਦੇ ਦਿਨ ਦੇ ਵਿੱਚ ਅਸੀਂ ਕੀ ਡਿਸਕਸ਼ਨ ਕੀਤਾ, ਫਿਰ ਇੰਟਰੋਡਕਸ਼ਨ ਕੀਤੀ ਹੈ, ਟਾਈਪਸ ਆਫ ਟੋਟਲ ਸਟੇਸ਼ਨ ਕੀਤੀਆਂ, ਫਿਰ ਉਹਦੇ ਐਡਵਾਂਟੇਜ ਡਿਸਐਡਵਾਂਟੇਜ ਕੀਤੇ ਆ, ਫਿਰ ਕੁਐਸਚਨ ਟੂ ਬੀ ਟੇਕਨ ਵਾਈਲ ਯੂਜ਼ਿੰਗ ਟੋਟਲ ਸਟੇਸ਼ਨ, ਫਿਰ ਉਹਦੇ ਅਸੀਂ ਪਾਰਟਸ ਕੀਤੇ ਸੀਗੇ।
कि ਉਹਦੇ ਕੀ ਪਾਰਟਸ ਹੁੰਦੇ ਆ ਤੇ ਸੈਟਿੰਗ ਆਫ ਟੋਟਲ ਸਟੇਸ਼ਨ। ਬਸ ਅੱਜ ਸਾਡਾ ਇੰਨਾ ਕੀ ਟੌਪਿਕ ਸੀਗਾ ਤੇ ਤੁਹਾਡਾ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸਰ ਹਰਕੇਸ਼ ਸਰ ਵਾਪਸ ਸਰ ਉਹਨਾਂ ਕੋਲ ਜਾਂਦਾ ਮੈਂ। ਹਰਕੇਸ਼ सर जी। हाँ जी सर, क्वेश्चन कैसे रहेगा तो पूछ लो, मैं अनम्यूट कर रहा। अगर किसी दी कोई क्वेरी हैगी आ। सरबजीत कौर कोई हाथ खड़ा किया है सर, हैंड रेज है। सरबजीत कौर अनम्यूट करके पूछ सकते हैं, मैं अनम्यूट कर देता उन्होंने। रणधीर सिंह जी है जी, रणधीर सिंह प्लीज उन्होंने। हाँ रणधीर सर प्लीज सर। रणधीर सर 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 बहुत रणधीर सर ਸਾਡੇ ਨਾਲ सरदार सुखजीत सिंह जी राजस्थान सिविल ਦੇ ਇੰਸਟ੍ਰਕਟਰ ਨੇ। ਉਹਨਾਂ ਨੇ ਵੀ ITI ਬਾਬਾ ਬਕਾਲਾ ਤੋਂ ਕੀਤੀ ਸੀਗੀ ਤੇ ਆਪਾਂ ਸਰਵੇ 'ਚ ਬੜਾ ਸਾਨੂੰ ਸਾਰਾ ਕੰਮ ਕਰਾਉਂਦੇ। ਫਿਰ ਮੈਂ ਡਿਪਲੋਮਾ ਵੀ ਕੀਤਾ। ਜਦੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ 'ਚ ਮੈਂ ਜੌਬ ਕੀਤੀ ਤੇ ਉੱਥੇ ਜਾ ਕੇ ਜਿਹੜੇ ਇੰਸਟਰੂਮੈਂਟ ਅਸੀਂ ਪੜ੍ਹੇ ਸੀ ਨਾ, 2005 ਦੀ ਗੱਲ ਦੱਸਦਾ ਪਿਆ ਮੈਂ, ਕਿ ਟੋਟਲ ਸਟੇਸ਼ਨ ਉੱਥੇ ਯੂਜ਼ ਹੁੰਦਾ ਸੀਗਾ। ਸੋ ਆਪਾਂ ਜਿੰਨਾ ਪੜ੍ਹਿਆ ਸੀ ਸਮਝ ਲਓ ਵੀ ਉੱਥੇ ਸਫੈਦ ਹਾਥੀ ਵਾਲੀ ਗੱਲ ਸੀ। ਸੋ ਬੱਚੇ ਬੜੇ ਖੁਸ਼ਕਿਸਮਤ ਆ ਜਿਨ੍ਹਾਂ ਨੇ, ਅਸੀਂ ਤੇ ਦੇਖੋ ਕੰਪਨੀ ਜਾ ਕੇ ਸਿੱਖਿਆ ਤੇ ਇਹ ਬੱਚਿਆਂ ਨੂੰ ਆਪਾਂ ਪੰਜਾਬੀ ਨਿੰਮੀ ਚੈਨਲ ਦੇ ਮਾਧਿਅਮ ਨਾਲ ਜਾਂ ਆਪਣੇ ਪ੍ਰਿੰਸ ਭਾਰਤੀ ਸਰ ਨੇ ਅੱਜ ਨੌਲੇਜ ਦਿੱਤੀ ਆ। ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਉਹ ਜਦੋਂ ਜਿਹੜਾ ਮਾਇਰਮੈਂਟ ਟੇਪ ਦੇ ਨਾਲ ਜਦੋਂ ਹਾਈਟ ਮਿਲਦੇ ਆ ਉਹਨਾਂ ਲੈਵਲ ਸਾਨੂੰ ਹਾਈਟ ਆਫ ਇੰਸਟਰੂਮੈਂਟ ਕੱਢਣਾ ਪੈਂਦਾ। ਇਹ ਫਿਰ ਟੋਟਲ ਸਟੇਸ਼ਨ ਜਿਹੜਾ ਕੰਮ ਹੀ ਮੈਨੂਅਲ ਕਰਦੇ ਆ ਉਹ ਕੰਮ ਆਪ ਕਰਦਾ ਵਾ, ਕਿਉਂਕਿ ਇਹਦੇ ਸੌਫਟਵੇਅਰ ਲੱਗਾ ਵਾ। ਜਿਹੜਾ ਕੰਮ 10 ਦਿਨ 'ਚ ਹੋਣਾ ਵਾ ਉਹ ਇੱਕ ਕੰਮ ਘੰਟੇ ਵਿੱਚ ਕਰ ਦਿੰਦਾ। ਸੋ ਬਹੁਤ ਬਹੁਤ ਥੈਂਕਸ ਤੁਹਾਡਾ। धन्यवाद सर। ठीक है सर। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਹੀ ਪਿਆਰ ਦੇ ਨਾਲ ਲੈਕਚਰ ਸੁਣਿਆ ਤੇ ਅਗਲੇ ਟੌਪਿਕ ਦੇ ਵਿੱਚ ਅਸੀਂ ਜਿਹੜਾ ਇਹਦੇ ਅੱਗੇ ਕਿੱਦਾਂ ਵਰਕਿੰਗ ਕਰਦਾ ਟੋਟਲ ਸਟੇਸ਼ਨ ਉਹਦੇ ਬਾਰੇ ਤੁਹਾਨੂੰ ਨੌਲੇਜ ਦੇਵਾਂਗੇ। ਅੱਜ ਸਿਰਫ ਸੀਗਾ ਉਹਦੇ ਬੇਸਿਕ ਦੇ ਬਾਰੇ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ।